ਐਡੀ ਐਡੀਆਂ ਦੀਵਾਰਾਂ ਜਿਹੜੀਆਂ ਆ ਸੀਮੈਂਟ ਦੀਆਂ ਪੱਥਰ ਦੀਆਂ ਪੱਕੀਆਂ ਨਹੀਂ ਬਣਾਈਆਂ ਗਈਆਂ ਜਿੱਡੇ ਦਿੱਲੀ ਦੇ 3 ਬਾਰਡਰਾਂ ਦੇ ਉੱਤੇ ਐਡੇ ਐਡੇ ਵੱਡੇ ਜਿਹੜੇ ਆ ਪ੍ਰਬੰਧ ਦਿੱਲੀ ਪੁਲਿਸ ਦੁਆਰਾ ਕੀਤੇ ਗਏ। ਸਰਕਾਰ ਇਸ ਵੇਲੇ ਮਤਲਬ ਹਾਰ ਮੰਨ ਚੁੱਕੀ ਆ, ਪਰ ਉਹ ਕੋਈ ਵੀ ਇਦਾਂ ਦੀ ਕਹਿ ਸਕਦੇ ਆ ਕਿ ਘਟਨਾ ਘਟਾਉਣ ਲਈ ਤਤਪਰ ਰਹਿੰਦੀ ਆ ਜਿਹਦੇ ਨਾਲ ਅੰਦੋਲਨ ਜਿਹੜਾ ਆ ਉਹ ਨੁਕਸਾਨ 'ਚ ਜਾਵੇ, ਅੰਦੋਲਨ ਦੀ ਬਦਨਾਮੀ ਹੋਵੇ। ਜੇ ਰਸਤੇ ਕਿਸਾਨਾਂ ਨੇ ਰੋਕੇ ਹੁੰਦੇ ਤਾਂ ਉਹ ਰਸਤੇ ਫਿਰ ਦਿੱਲੀ ਪੁਲਿਸ ਨੇ ਕੱਲ ਜਿਹੜੀਆਂ JCB ਲਾਈਆਂ ਆ ਟਿੱਪਰਾਂ ਦੇ ਵਿੱਚ ਚੱਕ ਕੇ ਉੱਥੋਂ ਜਿਹੜਾ ਮਲਬਾ ਚੱਕਿਆ ਗਿਆ ਆ ਤੇ ਫਿਰ ਦਿੱਲੀ ਪੁਲਿਸ ਜਾਂ ਹਰਿਆਣਾ ਦੀ ਪੁਲਿਸ ਨੇ ਨਹੀਂ ਸੀ ਲੈ ਕੇ ਜਾਣਾ। ਜਿੱਦਾਂ ਦੀਆਂ ਇਹਨਾਂ ਦੀਆਂ ਬਿਆਨਬਾਜ਼ੀਆਂ ਨਾ ਤਾਂ ਸਾਡੇ ਸਮਾਜ ਲਈ ਸੱਭਿਅਕ ਹੁੰਦੀਆਂ ਤੇ ਨਾ ਸਾਡੇ ਉਹ ਕਹਿ ਸਕਦੇ ਆ ਕਿ ਅੰਦੋਲਨਕਾਰੀਆਂ ਲਈ ਸੱਭਿਅਕ ਹੁੰਦੀਆਂ ਆ। ਤੇ ਲੋਕਾਂ ਨੇ ਇਹਨਾਂ ਦੀ ਔਕਾਤ ਦਿਖਾ ਦੇਣੀ ਆ। ਔਕਾਤ ਦਿਖਾਉਣ ਤੋਂ ਬਾਅਦ ਇਹਨਾਂ ਨੂੰ ਖੁਦ ਹੀ ਪਤਾ ਲੱਗ ਜਾਣਾ ਕਿ 2024 ਚ ਇਹਨਾਂ ਦਾ ਹਸ਼ਰ ਕੀ ਹੋਣ ਵਾਲਾ। 700 ਦੇ ਨੇੜੇ ਤੇੜੇ ਇਸ ਵੇਲੇ ਇਸ ਅੰਦੋਲਨ ਦੀ ਭੇਟ ਉਹ ਜਾਨਾਂ ਚੜ੍ਹ ਚੁੱਕੀਆਂ ਜਿਹੜੀਆਂ ਆਪਣਾ ਹੱਕ ਮੰਗਣ ਲਈ ਦਿੱਲੀ ਦੇ ਦਰਵਾਜ਼ਿਆਂ ਤੇ ਬੈਠੀਆਂ ਨੇ, ਜਾਂ ਆਉਂਦੀਆਂ ਤੇ ਜਾਂ ਜਾਂਦੀਆਂ। ਕੀ ਉੱਥੇ ਦੇ ਮੌਕੇ ਦੇ ਸੰਬੰਧਿਤ ਅਧਿਕਾਰੀ ਪਾਰਦਰਸ਼ੀ ਆਪਣੀ ਜਿਹੜੀ ਆ ਨੀਤੀ ਦਾ ਵਿਖਾਵਾ ਕਰ ਸਕਣਗੇ ਜਾਂ ਪਾਰਦਰਸ਼ਾ ਝਲਕੂਗੀ? ਪਰ ਦੇਖਣਾ ਹੋਊਗਾ ਕਿ ਵਾਕਿਆ ਹੀ ਗਰਾਊਂਡ ਤੇ ਜਿੰਨਾ ਪੈਸਾ ਸਰਕਾਰ ਵੱਲੋਂ ਭੇਜਿਆ ਗਿਆ ਆ ਉਹ ਕਿਸਾਨਾਂ ਤੱਕ ਪਹੁੰਚ ਪਾਉਂਦਾ ਆ। ਹੁਣ ਕੇਜਰੀਵਾਲ ਮਾਫੀ ਮੰਗੂਗਾ ਜਾਂ ਵਾਕਿਆ ਹੀ ਉਹ ਸਾਬਤ ਕਰ ਦਊਗਾ ਕਿ ਜੋ ਟੈਕਸ ਬਠਿੰਡਾ ਦੇ ਏਰੀਏ ਵਿੱਚ ਕੋਈ ਲੱਗਦਾ ਆ। ਉਹ ਜਦੋਂ ਪੱਛਮੀ ਬੰਗਾਲ ਤੋਂ ਮੂੰਹ ਦੀ ਖਾ ਕੇ ਆਏ ਅਮਿਤ ਸ਼ਾਹ ਤੇ ਮੋਦੀ, ਉਦੋਂ ਕਿੰਨੀ ਚਿਰ ਬੜਾ ਕੇ ਉੱਠਦੇ ਰਹੇ। ਜੇਕਰ ਕਾਂਗਰਸ ਇਹ ਸੋਚਦੀ ਆ ਕਿ ਲੋਕ ਮੋਦੀ ਤੋਂ ਦੁਖੀ ਹੋ ਕੇ ਦੁਬਾਰਾ ਸਾਨੂੰ ਕਾਂਗਰਸ ਨੂੰ ਲੈ ਕੇ ਆਉਣਗੇ ਤੇ ਇਹ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਬਣਦੀ ਨਹੀਂ। ਸਰਕਾਰ ਨੂੰ ਜੋ ਫਿੱਟ ਬੈਠਦਾ ਆ ਨਾ, ਇਹ ਚੈਨਲਾਂ ਨੇ ਤਾਂ ਉਹੀ ਕੁਝ ਦਿਖਾਉਣਾ ਆ। ਜਿਹੜੀ ਗੱਲ ਅਡਾਨੀ ਦੀ ਬੰਦਰਗਾਹ ਦੀ ਕੀਤੀ ਉਹ ਕਿਉਂ ਨਹੀਂ ਆਇਆ ਕਿਤੇ ਵੀ? ਸ਼ਾਹਰੁਖ ਖਾਨ ਦੀ ਧੌਣ ਤੇ ਗੋਡਾ ਰੱਖ ਕੇ ਸਰਕਾਰ ਪੱਖੀ ਪ੍ਰਚਾਰ ਵਿੱਚ ਸ਼ਾਮਲ ਹੋਣ ਨੂੰ ਕਿਹਾ ਜਾ ਰਿਹਾ ਸੀਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV ਤੇ ਮੈਂ ਹਾਂ ਤੁਹਾਡੇ ਨਾਲ ਸਵਲੀਨ ਕੌਰ ਜੱਸੜ ਤੇ ਖਬਰਾਂ ਤੇ ਚਰਚਾ ਕਰਨ ਵਾਲਾ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਦੀ। ਇਸ ਤੋਂ ਇਲਾਵਾ ਗੱਲ ਟਿੱਕਰੀ ਬਾਰਡਰ ਤੇ ਬਣੇ ਹੋਏ ਨਾਜ਼ੁਕ ਹਾਲਾਤਾਂ ਦੀ ਵੀ ਕਰਾਂਗੇ ਕਿ ਕਿਸਾਨ ਆਗੂ ਇਸ ਵੇਲੇ ਕਿਹੜੀਆਂ ਅਪੀਲਾਂ ਜਿਹੜੀਆਂ ਨੇ ਉਹ ਪ੍ਰਦਰਸ਼ਨਕਾਰੀਆਂ ਨੂੰ ਕਰ ਰਹੇ ਨੇ। ਤੇ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਗੁਰਨਾਮ ਸਿੰਘ ਬਿਲਗਾ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਸਤਿ ਸ਼੍ਰੀ ਅਕਾਲ ਬਿਲਗਾ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ 'ਚ। ਸਵਲੀਨ ਜੀ ਸਤਿ ਸ਼੍ਰੀ ਅਕਾਲ ਜੀ। ਬਿਲਗਾ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਿਸਾਨ ਅੰਦੋਲਨ ਤੋਂ ਕਰਦੇ ਹਾਂ। ਟਿੱਕਰੀ ਬਾਰਡਰ ਤੇ ਹਾਲਾਤ ਨਾਜ਼ੁਕ ਬਣੇ ਹੋਏ ਨੇ, ਪੁਲਿਸ ਨੇ ਬੈਰੀਕੇਡ ਹਟਾ ਦਿੱਤਾ ਆ ਤੇ ਕਿਸਾਨ ਆਗੂ ਰਾਜੇਵਾਲ ਸਾਹਿਬ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਸਰਕਾਰ ਬੌਖਲਾ ਗਈ ਆ, ਸੱਚੀ ਬੌਖਲਾ ਗਈ ਹੈ ਕਿ ਲੋਹੇ ਦਾ ਥਣ ਬਣੀ ਹੋਈ ਆ ਅਜੇ ਵੀ ਮੋਦੀ ਹਕੂਮਤ? ਸਵਲੀਨ, ਤੁਸੀਂ ਗੱਲ ਕਰਦੇ ਆ ਟਿੱਕਰੀ ਬਾਰਡਰ ਤੇ ਜੋ ਕੱਲ ਦੇਰ ਰਾਤ ਤੱਕ ਇੱਕ ਬਹੁਤ ਵੱਡਾ ਰੌਲਾ ਰੱਪਾ ਪਿਆ ਤੇ ਉੱਥੇ ਕੋਈ ਕਿਸਾਨਾਂ ਨੂੰ ਬਹੁਤ ਵੱਡੇ ਪੱਧਰ ਤੇ ਇੱਕ ਵਿਰੋਧ ਪ੍ਰਦਰਸ਼ਨ ਕਰਨਿਆ। ਬੂਟਾ ਸਿੰਘ ਬੁਰਜ ਗਿੱਲ ਉੱਥੇ ਮੌਕੇ ਤੇ ਮੌਜੂਦ ਸਨ ਤੇ ਸਾਰੇ ਕਿਸਾਨ ਜਿਹੜੇ ਕਿ ਲਗਭਗ 9 ਤੋਂ 10 ਵਜੇ ਦੇ ਨੇੜੇ ਤੇੜੇ ਆਪੋ ਆਪਣੇ ਜਿਹੜੇ ਤੰਬੂ ਲੱਗੇ ਨੇ, ਛੋਟੇ ਟਰਾਲੀਆਂ ਦੇ ਵਿੱਚ ਆਪਣੇ ਰਹਿਣ ਬਸੇਰਾ ਬਣਾਏ ਹੋਏ ਨੇ, ਉਹਨਾਂ ਵਿੱਚ ਟਿਕ ਜਾਂਦੇ ਨੇ। ਹੋਇਆ ਇੰਜ ਕਿ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਦੀ ਜਥੇਬੰਦੀਆਂ ਦੇ ਨਾਲ ਗੱਲ ਚੱਲ ਰਹੀ ਸੀ ਕਿ ਸੁਪਰੀਮ ਕੋਰਟ ਨੇ ਇੱਕ ਆਰਡਰ ਦਿੱਤੇ ਹੋਏ ਆ ਵੀ ਰਾਸਤੇ ਜਿਹੜੇ ਆ ਉਹ ਲੰਬਾ ਸਮਾਂ ਤੇ ਨਹੀਂ ਰੋਕੇ ਜਾ ਸਕਦੇ। ਕਿਸਾਨ ਆਗੂ ਹਮੇਸ਼ਾ ਹੀ ਕਹਿੰਦੇ ਆਏ ਵੀ ਰਾਸਤੇ ਅਸੀਂ ਨਹੀਂ ਰੋਕੇ ਹੋਏ, ਸਾਡੇ ਕੋਲੋਂ ਦੀ ਰਸਤੇ ਸਾਰੇ, ਚਾਹੇ ਗਾਜੀਪੁਰ ਬਾਰਡਰ ਹੋਵੇ, ਚਾਹੇ ਟਿਕਰੀ ਬਾਰਡਰ ਹੋਵੇ, ਚਾਹੇ ਸਿੰਘੂ ਬਾਰਡਰ ਹੋਵੇ, ਸਾਡੇ ਕੋਲੋਂ ਸਰਵਿਸ ਲੇਨ ਜਿਹੜੀਆਂ ਅਸੀਂ ਵਿਹਲੀਆਂ ਛੱਡੀਆਂ ਹੋਈਆਂ, ਸਾਡੇ ਵੱਲੋਂ ਟ੍ਰੈਫਿਕ ਨਹੀਂ ਰੋਕਿਆ ਗਿਆ ਹੈਗਾ, ਸਾਡੇ ਵੱਲੋਂ ਲੋਕਾਂ ਨੂੰ ਨਹੀਂ ਪਰੇਸ਼ਾਨ ਕੀਤਾ ਜਾਏ। ਰਾਸਤੇ ਜਿਹੜੇ ਰੋਕੇ ਆ ਉਹ ਦਿੱਲੀ ਸਰਕਾਰ ਨੇ ਪਹਿਲਾਂ ਕੁਛ ਕੱਚੇ ਪੱਧਰ ਤੇ ਰੋਕੇ ਸੀ ਤੇ 26 ਜਨਵਰੀ ਦੀ ਘਟਨਾ ਤੋਂ ਬਾਅਦ ਤਾਂ ਇੱਕ ਇਸ ਤਰ੍ਹਾਂ ਦਾ ਉੱਥੇ ਮਾਹੌਲ ਜੋ ਅਸੀਂ ਅੱਖੀਂ ਦੇਖਿਆ ਆ ਉਹ ਬਣਾਇਆ ਸੀਗਾ ਕਿ ਜਿਸ ਤਰ੍ਹਾਂ ਕਿਸੇ ਚਾਈਨਾ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਬਾਰਡਰਾਂ ਤੇ ਵੀ ਇੰਨੀ ਮਜ਼ਬੂਤੀ ਦੇ ਨਾਲ ਇਹ ਕਿੱਲ ਨਹੀਂ ਗੱਡੇ ਗਏ, ਐਡੇ ਵੱਡੇ ਸਰੀਏ ਨਹੀਂ ਗੱਡੀ ਗਏ, ਐਡੀਆਂ ਦੀਵਾਰਾਂ ਜਿਹੜੀਆਂ ਆ ਸੀਮੈਂਟ ਦੀਆਂ ਪੱਥਰ ਦੀਆਂ ਪੱਕੀਆਂ ਨਹੀਂ ਬਣਾਈਆਂ ਗਈਆਂ ਜਿੱਡੇ ਦਿੱਲੀ ਦੇ ਇਹ 3 ਬਾਰਡਰਾਂ ਦੇ ਉੱਤੇ ਐਡੇ ਵੱਡੇ ਜਿਹੜੇ ਆ ਪ੍ਰਬੰਧ ਦਿੱਲੀ ਪੁਲਿਸ ਦੁਆਰਾ ਕੀਤੇ ਗਏ ਸਨ। ਉਹ ਹੁਣ ਸੁਪਰੀਮ ਕੋਰਟ ਦੀ ਝਾੜ ਪੈਣ ਤੋਂ ਬਾਅਦ ਹੁਣ ਸਰਕਾਰ ਨੂੰ ਭੱਜਦਿਆਂ ਰਾਹ ਨਹੀਂ ਲੱਭਦਾ। ਕਿਸਾਨ ਜਥੇਬੰਦੀਆਂ ਨੇ ਪਹਿਲਾਂ ਕਿਹਾ ਹੋਇਆ ਸੀ ਵੀ ਤੁਸੀਂ ਰਾਸਤੇ ਖੋਲ ਦਿਓ, ਅਸੀਂ ਤਾਂ ਰੋਕੇ ਨਹੀਂ ਹੋਏ। ਬਿਲਕੁਲ। ਪਰ ਜਿੱਥੋਂ ਆਣ ਕੇ ਇੱਕ ਪੇਚ ਫਸਿਆ ਆ ਜਾਂ ਕਹਿ ਸਕਦੇ ਆ ਇਹ ਗੱਲ ਵਧੀ ਕਿੱਦਾਂ ਆ, ਉਹ ਪ੍ਰਸ਼ਾਸਨ ਨੇ ਜਥੇਬੰਦੀਆਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਸੀ ਵੀ ਅਸੀਂ ਥੋੜਾ ਰਸਤਾ ਖੋਲ ਦਾਂਗੇ ਜਿਹਦੇ ਨਾਲ ਕੀ ਹੋਊਗਾ
ਟ੍ਰੈਫਿਕ ਚੱਲਦਾ ਹੋ ਜਾਊਗਾ। ਜਥੇਬੰਦੀਆਂ ਦੇ ਮੈਂਬਰ ਵੀ ਇਸ ਗੱਲ ਨੂੰ ਮੰਨ ਗਏ ਵੀ ਹਾਂ ਠੀਕ ਹੈ, ਅਸੀਂ ਕਿਸੇ ਲੋਕਲ ਲੋਕਾਂ ਦੇ ਨਾਲ ਸਾਡੀ ਲੜਾਈ ਨਹੀਂ ਹੈਗੀ, ਜੇਕਰ ਤੁਸੀਂ ਰਸਤੇ ਖੋਲਦੇ ਆ ਤਾਂ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਗਿਲਾ ਨਹੀਂ ਹੋਊਗਾ। ਉਹਦੇ ਵਿੱਚ ਕੁਝ ਗੱਲਾਂ ਤੈਅ ਹੋਈਆਂ ਸੀ ਵੀ ਰਸਤੇ ਜਿਹੜੇ ਆ ਉਹ ਛੋਟੇ ਖੋਲੇ ਜਾਣ ਤਾਂ ਕਿ ਜਿਹੜਾ ਵੱਡਾ ਟ੍ਰੈਫਿਕ ਜਦੋਂ ਲੰਘੂਗਾ ਤੇ ਅੰਦੋਲਨ ਦੇ ਵਿੱਚ ਜਿੱਥੋਂ ਬੇਤਹਾਸ਼ਾ ਲੋਕ ਬੈਠੇ ਨੇ ਉਹਨਾਂ ਦਾ ਇੱਥੇ ਰਹਿਣ ਦਾ ਸਾਰਾ ਆ, ਉਹਨਾਂ ਦਾ ਸੌਣ ਪੈਣ ਦਾ ਸਾਰਾ ਪ੍ਰਬੰਧ ਆ, ਲੰਗਰ ਚੱਲਦੇ ਨੇ ਕਿ ਜਦੋਂ ਵੱਡਾ ਟ੍ਰੈਫਿਕ ਚੱਲੂਗਾ ਤੇ ਉੱਥੇ ਦੁਰਘਟਨਾਵਾਂ ਹੋਣ ਦੇ ਚਾਂਸ ਵੱਧ ਸਕਦੇ ਨੇ। ਜਿਹਦੀ ਪਿਛਲੇ ਦਿਨੀ ਤਸਵੀਰ ਆਪਣੇ ਅੱਖਾਂ ਮੂਹਰੇ ਹਜੇ ਵੀ ਘੁੰਮਦੀ ਆ, ਜਿਹੜੀਆਂ ਮਾਤਾਵਾਂ ਜਿਹੜੀਆਂ ਬੀਬੀਆਂ ਤਿਆਰ ਹੋ ਕੇ ਆਪਣੇ ਘਰਾਂ ਨੂੰ ਵਾਪਸ ਚੱਲੀਆਂ ਸੀ ਆਪਣੀ ਡਿਊਟੀ ਨਿਭਾ ਕੇ, ਕੋਈ 5 ਦਿਨ ਦੀ, ਕੋਈ 10 ਦਿਨ ਦੀ ਤਾਂ ਕੋਈ 15 ਦਿਨ ਦੀ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਆਉਣ ਵਾਲੇ ਸੈਂਕੜ ਦੇ ਵਿੱਚ ਸਾਨੂੰ ਇੱਕ ਟਿੱਪਰ ਏਦਾਂ ਦਰੜ ਕੇ ਸਿੱਟ ਜਾਊਗਾ ਵੀ ਜਿੱਥੇ ਸਾਡੀਆਂ ਲਾਸ਼ਾਂ ਜਿਹੜੀਆਂ ਆ ਉਹ ਏਦਾਂ ਦੇ ਦ੍ਰਿਸ਼ ਸੀਗੇ ਸਾਤੋਂ ਦੇਖੇ ਨਹੀਂ ਸੀ ਜਾਂਦੇ। ਉਹ ਬੀਬੀਆਂ ਦੀਆਂ ਜਿਸ ਤਰ੍ਹਾਂ ਪਿਛਲੇ ਦਿਨੀ ਟਿੱਪਰ ਦੇ ਥੱਲੇ ਆਉਣ ਦੇ ਨਾਲ ਉਹਨਾਂ ਨੇ ਦੁਨੀਆ ਤੋਂ ਇਸ ਅੰਦੋਲਨ ਨੂੰ ਦੇ ਵਿੱਚ ਆਪਣੀ ਡਿਊਟੀ ਨਿਭਾਉਂਦੇ ਰੁਖਸਤੀ ਕੀਤੀ ਆ, ਉਹਨਾਂ ਚੀਜ਼ਾਂ ਤੋਂ ਡਰਦੇ ਕਿਸਾਨ ਇਹ ਕਹਿ ਰਹੇ ਸੀ ਕਿ ਛੋਟੇ ਵਾਹਨ ਚਾਹੇ 3 ਵੀਲਰ ਹੋਣ ਜਾਂ ਛੋਟੇ ਮੋਟਰਸਾਈਕਲ ਹੋਣ ਜਾਂ ਛੋਟੀਆਂ ਗੱਡੀਆਂ ਹੋਣ, ਉਹਨਾਂ ਲਈ ਤਾਂ ਅਸੀਂ ਕੋਈ ਕਿਤੇ ਨਾ ਕਿਤੇ ਜਿਹੜਾ ਆ ਰਾਸਤਾ ਦੇਣ ਲਈ 100% ਸਹਿਮਤੀ ਦਿੰਦੇ ਆ। ਪਰ ਜਿਸ ਤਰ੍ਹਾਂ ਦਿੱਲੀ ਸਰਕਾਰ ਨੇ ਤੇ ਹਰਿਆਣਾ ਦੀ ਸਰਕਾਰ ਨੇ ਉਹ ਲਾਏ ਹੋਏ ਜਿਹੜੇ ਬੈਰੀਕੇਡ ਸੀਗੇ ਉਹ ਵੱਡੇ ਪੱਧਰ ਤੇ 40-40 ਫੁੱਟ ਦਾ ਖੋਲ ਕੇ ਟ੍ਰੈਫਿਕ ਵੱਡਾ ਲੰਘਣ ਦਾ ਪ੍ਰਬੰਧ ਕਰ ਦਿੱਤਾ, ਉੱਥੇ ਆਣ ਕੇ ਕਿਸਾਨ ਜਥੇਬੰਦੀਆਂ ਨੇ ਫਿਰ ਉਸ ਗੱਲ ਦਾ ਵਿਰੋਧ ਕੀਤਾ ਵੀ ਜੇਕਰ ਤੁਸੀਂ ਟੋਟਲ ਵੱਡਾ ਟ੍ਰੈਫਿਕ ਜਾਂ ਵੱਡੀਆਂ ਗੱਡੀਆਂ ਵੀ ਇੱਧਰ ਦੀ ਲੰਘਾਓਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਅੰਦੋਲਨਕਾਰੀਆਂ ਦਾ, ਸਾਡੇ ਬੱਚਿਆਂ ਦਾ, ਭੈਣਾਂ ਦਾ, ਬੀਬੀਆਂ ਜੋ ਉੱਥੇ ਰਾਸਤੇ ਦੇ ਵਿੱਚ ਆਪਣਾ 11 ਮਹੀਨੇ ਤੋਂ ਦਿਨ ਰਾਤ ਕੱਟ ਰਹੇ ਉਹਨਾਂ ਦਾ ਨੁਕਸਾਨ ਹੋ ਸਕਦਾ। ਇਹ ਚੀਜ਼ ਨੂੰ ਲੈ ਕੇ ਉੱਥੇ ਕਾਫੀ ਰਾਤ ਦੇਰ 11 ਵਜੇ ਦੇ ਨੇੜੇ ਤੇੜੇ ਤੱਕ ਰੌਲਾ ਰੱਪਾ ਪੈਂਦਾ ਰਿਹਾ। ਬੂਟਾ ਸਿੰਘ ਬੁਰਜ ਗਿੱਲ ਫਿਰ ਉੱਥੇ ਜਿੱਥੇ ਉਹ JCB ਚੱਲਦੀ ਉਹਦੇ ਮੂਹਰੇ ਲੰਮੇ ਵੀ ਪੈ ਗਏ। ਤਾਂ ਆਪਾਂ ਤਸਵੀਰਾਂ ਸਾਰੀਆਂ ਰਾਤੀ ਦੇਖੀਆਂ ਤਾਂ ਪਰ ਫਿਰ ਪ੍ਰਸ਼ਾਸਨ ਨੇ ਉੱਥੇ ਆਪਣਾ ਪੈਰ ਪਿੱਛੇ ਖਿੱਚਦਿਆਂ ਹੋਇਆਂ ਉਹ ਕਾਰਵਾਈ ਜਿਹੜੀ ਉੱਥੇ ਹੀ ਰੋਕ ਦਿੱਤੀ ਤੇ ਕਿਸਾਨਾਂ ਨੇ ਇਹ ਗੱਲ ਕਹੀ ਕਿ ਸਾਡੇ ਨਾਲ ਇੱਕ ਵਾਅਦਾ ਖਿਲਾਫੀ ਕੀਤੀ ਗਈ ਆ। ਮੀਟਿੰਗ ਦੇ ਵਿੱਚ ਜਿਹੜੀ ਚੀਜ਼ ਸਾਡੇ ਨਾਲ ਤੈਅ ਹੋਈ ਸੀ ਉਸ ਤੋਂ ਵੱਡਾ ਰਸਤਾ ਖੋਲ ਕੇ ਤੁਸੀਂ ਅੰਦੋਲਨ ਨੂੰ ਹੁਣ ਤੱਕ, ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਹੁਣ ਤੱਕ ਜਿਸ ਤਰ੍ਹਾਂ ਤੁਸੀਂ ਅੰਦੋਲਨ ਨੂੰ ਤਾਰ ਪੀਡੋ ਕਰਨ ਲਈ ਹਰ ਚਾਲ ਚੱਲੀ ਆ ਉਹ ਵਿੱਚ ਚਾਲ ਦੇ ਵਿੱਚ ਸਫਲ ਨਹੀਂ ਹੋਏ ਤੇ ਹੁਣ ਤੁਸੀਂ ਇਸ ਨੂੰ ਹਾਦਸਿਆਂ ਦਾ ਇੱਕ ਗੜ੍ਹ ਬਣਾ ਕੇ ਕਿਸਾਨਾਂ ਨੂੰ ਇੱਥੋਂ ਤੁਸੀਂ ਮਰਵਾਉਣਾ ਚਾਹੁੰਦੇ ਆ, ਕਿਸਾਨਾਂ ਨੂੰ ਇੱਥੋਂ ਭਜਾਉਣਾ ਚਾਹੁੰਦੇ ਆ। ਇਹ ਗੱਲ ਜਿਹੜੀ ਆ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਲੀਡਰਾਂ ਵੱਲੋਂ ਇਹ ਕਹੀ ਗਈ ਆ। ਤੇ ਜਿੱਥੇ ਤੱਕ ਤੁਸੀਂ ਬਲਵੀਰ ਸਿੰਘ ਰਾਜੇਵਾਲ ਦੇ ਬਿਆਨ ਦੀ ਗੱਲ ਕੀਤੀ ਆ, ਉਹਨਾਂ ਨੇ ਬਿਆਨ ਬਹੁਤ ਹੀ ਆਪਣੇ ਸੰਜਮ ਵਿੱਚ ਰਹਿਣ ਲਈ ਕੀਤਾ ਆ। ਬਿਆਨ ਜਿਹੜਾ ਉਹਨਾਂ ਦਾ ਇਹੀ ਕਹਿਣਾ ਕਿ ਸਰਕਾਰ ਇਸ ਵੇਲੇ ਅੱਕ ਚੁੱਕੀ ਆ, ਸਰਕਾਰ ਇਸ ਵੇਲੇ ਮਤਲਬ ਹਾਰ ਮੰਨ ਚੁੱਕੀ ਆ, ਪਰ ਉਹ ਕੋਈ ਵੀ ਏਦਾਂ ਦੀ ਕਹਿ ਸਕਦੇ ਆ ਕਿ ਘਟਨਾ ਘਟਾਉਣ ਲਈ ਤਤਪਰ ਰਹਿੰਦੀ ਆ ਜਿਹਦੇ ਨਾਲ ਅੰਦੋਲਨ ਜਿਹੜਾ ਆ ਉਹ ਨੁਕਸਾਨ 'ਚ ਜਾਵੇ, ਅੰਦੋਲਨ ਦੀ ਬਦਨਾਮੀ ਹੋਵੇ। ਪਰ ਉਹਨਾਂ ਨੇ ਕਿਹਾ ਕਿ ਅਸੀਂ ਟ੍ਰੈਫਿਕ ਨਾ ਪਹਿਲਾਂ ਰੋਕਿਆ ਸੀ ਨਾ ਹੁਣ ਰੋਕਣਾ ਆ। ਨੌਜਵਾਨਾਂ ਨੂੰ ਨਹੀਂ ਖਾਸ ਕਰਕੇ ਅਪੀਲ ਕੀਤੀ ਕਿ ਸੰਜਮ ਵਿੱਚ ਰਹਿਣਾ ਆ। ਠੀਕ ਆ, ਜੇ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਧੱਕਾ ਕਰਦੀ ਆ ਤਾਂ ਉਹਦਾ ਸੰਯੁਕਤ ਮੋਰਚਾ ਫੈਸਲਾ ਤਾਂ ਮੌਕੇ ਤੇ ਲਵੇਗਾ, ਪਰ ਕੋਈ ਸੁਪਰੀਮ ਕੋਰਟ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਜਾਣੀ ਚਾਹੀਦੀ ਕਿ ਰਾਸਤੇ ਜਿਹੜੇ ਉਹ ਕਿਸਾਨਾਂ ਨੇ ਰੋਕੇ ਆ। ਜੇ ਰਾਸਤੇ ਕਿਸਾਨਾਂ ਨੇ ਰੋਕੇ ਹੁੰਦੇ ਤਾਂ ਉਹ ਰਾਸਤੇ ਫਿਰ ਦਿੱਲੀ ਪੁਲਿਸ ਨੇ ਕੱਲ ਜਿਹੜੀਆਂ JCB ਲਾਈਆਂ ਆ ਟਿੱਪਰਾਂ ਦੇ ਵਿੱਚ ਚੱਕ ਕੇ ਉੱਥੋਂ ਜਿਹੜਾ ਮਲਬਾ ਚੱਕਿਆ ਗਿਆ ਆ ਤੇ ਫਿਰ ਦਿੱਲੀ ਪੁਲਿਸ ਜਾਂ ਹਰਿਆਣਾ ਦੀ ਪੁਲਿਸ ਨੇ ਨਹੀਂ ਸੀ ਲੈ ਕੇ ਜਾਣਾ, ਉਹ ਕਿਸਾਨਾਂ ਨੂੰ ਖੁਦ ਹਟਾਉਣਾ ਪੈਣਾ ਸੀਗਾ। ਇੱਥੋਂ ਇਹ ਗੱਲ ਸਾਬਤ ਹੋ ਗਈ ਵੀ ਰਾਸਤੇ ਸਰਕਾਰ ਨੇ ਰੋਕੇ ਹੋਏ ਸਨ, ਕਿਸਾਨ ਜਥੇਬੰਦੀਆਂ ਨਹੀਂ ਸੀ ਰੋਕੇ ਹੋਏ। ਕਿਸਾਨਾਂ ਦਾ ਡਰ ਦੇਖਿਆ ਕਿ ਵੱਡਾ ਟ੍ਰੈਫਿਕ ਚੱਲਣ ਨਾਲ ਸਾਡੇ ਅੰਦੋਲਨ ਦੇ ਵਿੱਚ ਦਹਿਸ਼ਤ ਮਚ ਸਕਦੀ ਆ, ਸਾਡੇ ਲੋਕਾਂ ਦਾ ਨੁਕਸਾਨ ਹੋ ਸਕਦਾ, ਦੁਰਘਟਨਾਵਾਂ ਵੱਧ ਸਕਦੀਆਂ ਆ। ਪਰ ਸੰਜਮ ਵਿੱਚ ਰਹਿਣ ਲਈ ਬਲਵੀਰ ਸਿੰਘ ਰਾਜੇਵਾਲ ਨੇ ਇੱਕ ਅਪੀਲ ਕੀਤੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਸਲੇ ਦੇ ਉੱਤੇ ਦੁਬਾਰਾ ਮੀਟਿੰਗ ਕਰਕੇ ਫੈਸਲਾ ਲਵਾਂਗੇ। ਜੀ ਬਿਲਕਾ ਸਾਹਿਬ, ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕੱਲ ਕਿਹਾ ਆ ਕਿ ਆ ਜਿਹੜਾ ਹੁਣ ਵੇਲਾ ਆ ਨਾ ਇਹੋ ਹੀ ਆ ਭਾਜਪਾ ਦੀ ਜੇ ਸਰਕਾਰ ਪੰਜਾਬ 'ਚ ਬਣਾਉਣੀ ਆ ਤੇ ਸਹੀ ਵੇਲਾ ਆ, ਕਿਉਂਕਿ ਲੋਕ ਜਿਹੜੇ ਨੇ ਉਹ ਅੰਦੋਲਨ ਤੋਂ ਅੱਕੇ ਪਏ ਨੇ, ਜਿਨ੍ਹਾਂ ਦੇ ਕੰਮਕਾਰ ਠੱਪ ਨੇ, ਉਹ ਔਖੇ ਬੜੇ ਨੇ। ਤੁਸੀਂ ਕਹਿ ਰਹੇ ਸਰਕਾਰ ਬੁਖਲਾ ਗਈ ਆ, ਅਗਲਿਆਂ ਨੂੰ ਤੇ ਹੌਸਲਾ ਬੜਾ। ਦੇਖੋ ਇੱਕ ਗੱਲ ਹੁੰਦੀ ਆ ਰਾਜਨੀਤੀ ਦੇ ਵਿੱਚ, ਜੋ ਕੁਛ ਕਿਹਾ ਜਾਂਦਾ ਸਵਲੀਨ ਕਈ ਵਾਰੀ ਉਹ ਧਰਾਤਲ ਤੇ ਹੁੰਦਾ ਨਹੀਂ ਹੈਗਾ ਤੇ ਜੋ ਹੁੰਦਾ ਐਕਚੁਅਲੀ ਰਾਜਨੀਤੀ ਦੇ ਵਿੱਚ ਉਹ ਬਿਆਨ ਨਹੀਂ ਦਿੱਤੇ ਜਾਂਦੇ। ਇਹ ਰਾਜਨੀਤੀ ਚਾਹੇ ਸਟੇਟ ਲੈਵਲ ਦੀ ਹੋਵੇ ਤੇ ਚਾਹੇ ਭਾਰਤ ਪੱਧਰ ਦੀ ਹੋਵੇ। ਇਹ ਕਈ ਵਾਰੀ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਹੁੰਦੇ ਆ। ਇਹ ਜਿਸ ਬੀਬੀ ਦੀ ਤੁਸੀਂ ਗੱਲ ਕੀਤੀ ਆ ਨਾ, ਇਸ ਬੀਬੀ ਨੇ ਪਹਿਲਾਂ ਵੀ ਕਿਸਾਨਾਂ ਪ੍ਰਤੀ ਕੋਈ ਬਾਹਲੇ ਵਧੀਆ ਸ਼ਬਦ ਜਿਹੜੇ ਆ ਉਹ ਕਦੀ ਵਰਤੇ ਨਹੀਂ ਹੈਗੇ। ਲੱਗ ਰਿਹਾ ਕਿ ਸਰਕਾਰ ਜਿਹੜੀ ਬਿਲਕੁਲ ਹੁਣ ਜੇ ਇਹਨਾਂ ਦੇ ਨਾ ਕੱਲੇ ਜਿੰਨੇ ਇਹ MP ਹੈਗੇ ਨੇ, ਜਿੱਡੇ ਆਪਾਂ ਪਹਿਲਾਂ ਵੀ ਕਹਿੰਦੇ ਜਿੱਡੇ ਇਹਨਾਂ ਦੇ
ਕੰਨਾਂ ਤੱਕ ਮੂੰਹ ਪਾਟੇ ਹੋਏ ਨੇ ਤੇ ਜਿੱਦਾਂ ਦੀਆਂ ਇਹਨਾਂ ਦੀਆਂ ਬਿਆਨਬਾਜ਼ੀਆਂ ਆ, ਉਹ ਬਿਆਨਬਾਜ਼ੀਆਂ ਨਾ ਤਾਂ ਸਾਡੇ ਸਮਾਜ ਲਈ ਸੱਭਿਅਕ ਹੁੰਦੀਆਂ ਤੇ ਨਾ ਸਾਡੇ ਉਹ ਕਹਿ ਸਕਦੇ ਆ ਕਿ ਅੰਦੋਲਨਕਾਰੀਆਂ ਲਈ ਸੱਭਿਅਕ ਹੁੰਦੀਆਂ ਆ। ਪਰ ਫਿਰ ਵੀ ਆਪਾਂ ਇਸ ਗੱਲ ਨੂੰ ਛੱਡ ਦਈਏ ਵੀ ਉਹ ਕੀ ਕਹਿੰਦੇ ਨੇ। ਰਹੀ ਗੱਲ ਸਰਕਾਰਾਂ ਦੀ ਪੰਜਾਬ ਦੇ ਵਿੱਚ ਬਣਾਉਣ ਵਾਲੀ ਜਾਂ ਹੋਰ ਕਿਤੇ ਬਣਾਉਣ ਵਾਲੀ, ਉਹ ਪੰਜਾਬ ਦੀ ਸਰਕਾਰ ਬਣਾਉਣ ਦੇ ਵਿੱਚ ਤਾਂ ਆਪਣਾ ਜਿਹੜਾ ਸੁਪਨਾ ਆ ਉਹ ਕਹਿ ਸਕਦੇ ਕਿ ਮੁੰਗੇਰੀ ਲਾਲ ਦਾ ਹਸੀਨ ਸੁਪਨਾ ਹੋ ਸਕਦਾ। ਉਹ ਸੁਪਨੇ ਲੈਂਦੇ ਰਹਿਣ ਆਪਣੇ। ਇਹ ਕਿਤੇ ਪੰਜਾਬ ਦੇ ਵਿੱਚ ਸਰਕਾਰ ਨਵੀਂ ਬਣਾਉਂਦੇ ਜਿੱਥੇ ਇਹਨਾਂ ਦੀਆਂ ਹੈਗੀਆਂ ਆ ਉਹੀ ਬਚਾ ਲੈਣ, ਉਹੀ ਇਹਨਾਂ ਦੀ ਬਹੁਤ ਵੱਡੀ ਕਹਿ ਸਕਦੇ ਆ ਕਿ ਸ਼ਾਬਾਸ਼ ਹੋਊਗੀ। ਜੇਕਰ ਕਿਸਾਨੀ ਅੰਦੋਲਨ ਨੂੰ ਲੈ ਕੇ, ਕਿਸਾਨਾਂ ਨੂੰ ਲੈ ਕੇ ਜਿਸ ਤਰ੍ਹਾਂ ਭਾਜਪਾ ਦੇ ਲੀਡਰਾਂ ਨੇ ਪਹਿਲਾਂ ਬਿਆਨ ਦਿੱਤੇ ਨੇ ਤੇ ਜਾਂ ਇਹ ਬੀਬੀ ਨੇ ਬਿਆਨ ਦਿੱਤਾ ਆ, ਉਹ ਬਿਆਨਾਂ ਨੂੰ ਕੁਝ ਬਾਹਲਾ ਕਹਿ ਸਕਦੇ ਆ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ। ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨਾਂ ਨੂੰ ਲੈ ਕੇ ਨਾ ਇਸ ਵੇਲੇ ਜਾਂ ਵੱਡੇ ਪੱਧਰ ਤੇ ਰਾਜਾਂ ਵਿੱਚ ਜਾਂ ਸਟੇਟ ਸੈਂਟਰ ਦੇ ਵਿੱਚ ਬਹੁਮਤ ਦੇ ਸਿਰ ਤੇ ਜਿਹੜੇ ਇਹਨਾਂ ਦੇ ਮੂੰਹ ਕੰਨਾਂ ਤੱਕ ਪਾਟੇ ਹੋਏ ਨੇ, ਉਹ ਥੋੜਾ ਚਿਰ ਰੁਕੋ। 2022 ਦਾ ਜੇ ਦ੍ਰਿਸ਼ ਕਿਸਾਨੀ ਅੰਦੋਲਨ ਦਾ ਏਦਾਂ ਹੀ ਰਿਹਾ ਤੇ ਲੋਕਾਂ ਨੇ ਇਹਨਾਂ ਦੀ ਔਕਾਤ ਦਿਖਾ ਦੇਣੀ ਆ। ਔਕਾਤ ਦਿਖਾਉਣ ਤੋਂ ਬਾਅਦ ਇਹਨਾਂ ਨੂੰ ਖੁਦ ਹੀ ਪਤਾ ਲੱਗ ਜਾਣਾ ਕਿ 2024 ਚ ਇਹਨਾਂ ਦਾ ਹਸ਼ਰ ਕੀ ਹੋਣ ਵਾਲਾ। ਜੀ ਬਿਲਗਾ ਸਾਹਿਬ, ਬੀਤੇ ਕੱਲ 46 ਸਾਲਾ ਸਾਊਥ ਐਕਟਰ ਪੁਨੀਤ ਰਾਜਕੁਮਾਰ ਦਾ ਦੇਹਾਂਤ ਹੋ ਗਿਆ, ਹਾਰਟ ਅਟੈਕ ਹੋ ਗਿਆ ਉਹਨਾਂ ਨੂੰ, ਤੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਅਫਸੋਸ ਕੀਤਾ। ਚਲੋ ਚੰਗੀ ਗੱਲ ਹੈ, ਦੇਸ਼ ਦਾ ਇੱਕ ਮਸ਼ਹੂਰ ਐਕਟਰ ਸੀ, ਬਣਦਾ ਵੀ ਸੀ ਪ੍ਰਧਾਨ ਮੰਤਰੀ ਦਾ ਅਫਸੋਸ। ਪਰ ਸਵਾਲ ਇਹ ਹੈ ਕਿ 11 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਕਿਸਾਨ ਅੰਦੋਲਨ ਨੂੰ ਚੱਲਦਿਆਂ, 750 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਗਈ ਆ ਤੇ ਇੱਕ ਲਫ਼ਜ਼ ਨਹੀਂ ਬੋਲੇ ਪ੍ਰਧਾਨ ਮੰਤਰੀ, ਇੱਕ ਟਵੀਟ ਨਹੀਂ ਕੀਤਾ। ਕੀ ਕਿਸਾਨ ਇਨਸਾਨ ਨਹੀਂ? ਕੀ ਉਹ ਰੀਅਲ ਹੀਰੋ ਨਹੀਂ ਭਾਰਤ ਦੇ ਜਿਹੜੇ ਸਾਰਿਆਂ ਦਾ ਢਿੱਡ ਭਰ ਰਹੇ ਨੇ? ਸਵਲੀਨ, ਜਿਸ ਧਰਮ ਦੇ ਵਿੱਚ ਆਪਾਂ ਵਿਸ਼ਵਾਸ ਰੱਖਦੇ ਹਾਂ, ਖਾਸ ਕਰਕੇ ਜੇ ਸਿੱਖ ਧਰਮ ਦੀ ਗੱਲ ਕਰੀਏ ਤੇ ਉੱਥੇ ਤਾਂ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਏਦਾਂ ਕਦੀ ਇੱਕ ਸੋਝੀ ਦਿੱਤੀ ਜਾਂ ਕਹਿ ਸਕਦੇ ਇਸ ਕੌਮ ਤੇ ਇੱਕ ਕਿਰਪਾ ਕੀਤੀ ਆ ਕਿ ਦੁਸ਼ਮਣਾਂ ਦੇ ਨਾਲ ਲੜਦੇ ਹੋਏ ਵੀ ਜਿਹੜੇ ਦੁਸ਼ਮਣ ਸਾਹਮਣੇ ਲੜ ਕਿਸੇ ਹੋਰ ਧਿਰਾਂ ਨਾਲ ਉਹ ਵੀ ਜ਼ਖਮੀ ਹੋ ਜਾਂਦੇ ਆ, ਉਹਨਾਂ ਨੂੰ ਵੀ ਪਾਣੀ ਪਿਆਉਣ ਤੱਕ, ਉਹਨਾਂ ਦੇ ਵੀ ਮਰਮ ਪੱਟੀ ਲਾਉਣ ਤੱਕ ਇਹ ਸਾਡਾ ਸਿੱਖ ਧਰਮ ਜਿਹੜਾ ਆ ਸਾਨੂੰ ਪ੍ਰੇਰਿਤ ਕਰਦਾ ਆ। ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਜਿਨ੍ਹਾਂ ਇਨਸਾਨਾਂ ਦੀ, ਜਿਨ੍ਹਾਂ ਦੀ ਖਾਤਰ ਇਸ ਪੰਜਾਬ ਨੇ ਆਪਣੇ ਪਿੰਡੇ ਤੇ 47 ਹੰਢਾਈ, 84 ਹੰਢਾਈ ਤੇ ਇਸ ਵੇਲੇ 2020-21 ਦਾ ਅੰਦੋਲਨ ਆਪਣੇ ਪਿੰਡੇ ਤੇ ਇਹ ਪੰਜਾਬ ਦੀ ਜਾਂ ਕਹਿ ਸਕਦੇ ਹਾਂ ਇਸ ਧਰਤੀ ਜਿਹੜੀ ਆ ਸ਼੍ਰੀ ਅੰਮ੍ਰਿਤਸਰ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਇਸ ਵੇਲੇ ਪੂਰਾ ਹਰਿਆਣੇ ਦਾ ਜਿਹੜਾ ਲੋਕ ਆ ਉਹ ਇਸ ਦੁੱਖ ਨੂੰ ਅੱਜ ਵੀ ਆਪਣੇ ਪਿੰਡੇ ਤੇ ਹਟਾ ਰਿਹਾ। ਜਿਹੜੀ ਤੁਸੀਂ ਗੱਲ ਕਰ ਰਹੇ ਆ ਪੁਨੀਤ ਦੀ, ਉਹ ਕੰਨੜ ਫਿਲਮਾਂ ਦਾ ਕਲਾਕਾਰ ਆ। ਠੀਕ ਆ, ਉਹਦੀ ਜਿਹੜੀ ਮੌਤ ਹੋਈ ਆ ਹਾਰਟ ਅਟੈਕ ਨਾਲ ਹੋਈ ਆ, ਪਿੱਛੇ ਆਪਣੇ ਉਹ ਬੀਵੀ ਛੱਡ ਗਏ ਆ, ਇੱਕ ਬੱਚੀ ਛੱਡ ਗਏ ਆ। ਜਿੱਥੇ ਸਾਰੀ ਦੁਨੀਆ ਨੇ ਦੁੱਖ ਵਿਅਕਤ ਕੀਤਾ ਆ ਉੱਥੇ ਸਾਰਾ ਪੰਜਾਬੀਅਤ, ਸਾਰੇ ਲੋਕ, ਸਾਰੇ ਕਿਸਾਨ, ਸਾਰੀ ਦੁਨੀਆ ਨੂੰ ਏਦਾਂ ਦੀ ਜੋ ਕਿਸੇ ਸ਼ਖਸੀਅਤ ਦੀ ਮੌਤ ਹੁੰਦੀ ਆ ਤੇ ਦੁੱਖ ਉਹ ਹੁੰਦਾ ਆ, ਅਸੀਂ ਵੀ ਵਿਅਕਤ ਕਰਦੇ ਆ। ਬਹੁਤ ਵਧੀਆ ਗੱਲ ਆ ਜੇਕਰ ਪ੍ਰਧਾਨ ਮੰਤਰੀ ਨੇ ਜਾਂ ਹੋਰ ਸ਼ਖਸੀਅਤਾਂ ਨੇ ਵੀ ਦੁੱਖ ਵਿਅਕਤ ਕੀਤਾ ਆ। ਸਵਾਲ ਇਹ ਨਹੀਂ ਹੈ, ਪਰ 700 ਦੇ ਨੇੜੇ ਤੇੜੇ ਜੋ ਕਿਸਾਨਾਂ ਦਾ ਅੰਕੜਾ ਦੱਸਦਾ ਆ ਸਵਲੀਨ, 700 ਦੇ ਨੇੜੇ ਤੇੜੇ ਇਸ ਵੇਲੇ ਇਸ ਅੰਦੋਲਨ ਦੀ ਭੇਟ ਉਹ ਜਾਨਾਂ ਚੜ ਚੁੱਕੀਆਂ ਜਿਹੜੀਆਂ ਆਪਣਾ ਹੱਕ ਮੰਗਣ ਲਈ ਦਿੱਲੀ ਦੇ ਦਰਵਾਜ਼ਿਆਂ ਤੇ ਬੈਠੀਆਂ ਨੇ, ਜਾਂ ਆਉਂਦੀਆਂ ਤੇ ਜਾਂ ਜਾਂਦੀਆਂ। ਉਹ ਲੋਕ ਜਿਹੜੇ ਨੇ ਅੱਜ ਬਹੁਤ ਵੱਡੀ ਪੱਧਰ ਤੇ ਆਪਣੇ ਘਰਾਂ ਦਾ ਸੁੱਖ ਆਰਾਮ ਛੱਡ ਕੇ, ਆਪਣੇ ਦੁੱਖ ਸੁੱਖ ਦੇ ਪ੍ਰੋਗਰਾਮ, ਵਿਆਹ ਸ਼ਾਦੀਆਂ ਛੱਡ ਕੇ ਅੱਜ ਦਿੱਲੀ ਦੇ ਦਰਵਾਜ਼ਿਆਂ ਤੇ ਜਾ ਕੇ ਉੱਥੇ ਸੜਕਾਂ ਦੇ ਉੱਤੇ ਆਪਣੇ ਹੱਡ ਰਗੜ ਰਹੇ ਨੇ। ਜੇਕਰ ਉਹ 30 ਕਿਲੋਮੀਟਰ ਦੀ ਰਿਹਾਇਸ਼ ਆ ਲਗਭਗ ਕਹਿ ਸਕਦੇ ਟਿਕਰੀ ਬਾਰਡਰ ਤੇ ਦੂਸਰੇ ਬਾਰਡਰ ਦੀ, ਇਹ ਚੀਜ਼ਾਂ ਲੈ ਕੇ ਪ੍ਰਧਾਨ ਮੰਤਰੀ ਨੇ ਜੇਕਰ ਇਸ ਤਰ੍ਹਾਂ ਦਾ ਬਿਆਨ ਉਹਦੇ ਹੱਕ 'ਚ ਦਿੱਤਾ ਆ ਪੁਨੀਤ ਦੇ ਪਰਿਵਾਰ ਦੇ, ਤੇ ਪ੍ਰਧਾਨ ਮੰਤਰੀ ਲਈ ਚੰਗੀ ਗੱਲ ਆ। ਪਰ ਜੇਕਰ ਪ੍ਰਧਾਨ ਮੰਤਰੀ ਨੂੰ 30 ਕਿਲੋਮੀਟਰ ਤੇ ਬੈਠੇ 700 ਕਿਸਾਨ ਜਿਹੜੇ ਹੋਏ ਆ ਉਹਨਾਂ ਲਈ ਲਫ਼ਜ਼ ਨਹੀਂ ਨਿਕਲਿਆ ਤੇ ਇਸ ਤੋਂ ਮਾੜੀ ਗੱਲ ਘੱਟੋ ਘੱਟ ਦੇਸ਼ ਦੇ ਮੁਖੀ ਤੇ ਪ੍ਰਧਾਨ ਮੰਤਰੀ ਤੇ ਮੈਂ ਕਹਿ ਸਕਦੇ ਕਿ ਸ਼ਰਮ ਵਾਲੀ ਗੱਲ ਕੋਈ ਹੋ ਨਹੀਂ ਸਕਦੀ। ਜੀ ਬਿਲਗਾ ਸਾਹਿਬ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਗਾ ਸਾਹਿਬ, ਗੱਲ ਹੁਣ ਪੰਜਾਬ ਦੀ ਰਾਜਨੀਤੀ ਦੀ ਕਰਦੇ ਹਾਂ। ਨਵੇਂ ਬਣੇ ਮੁੱਖ ਮੰਤਰੀ
ਚਰਨਜੀਤ ਸਿੰਘ ਚੰਨੀ ਨੇ ਮਾਨਸਾ ਬੈਲਟ ਵਿੱਚ ਜਿਹੜੀ ਗੁਲਾਬੀ ਸੁੰਡੀ ਕਰਕੇ ਫਸਲ ਦਾ ਨੁਕਸਾਨ ਹੋਇਆ ਉਹਦੇ ਲਈ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਆ। ਪਰ ਸਵਾਲ ਮੇਰਾ ਹੁਣ ਇਹ ਵੀ ਆ ਕਿ ਜਿਹੜੇ ਮਾਝੇ ਦੇ ਵਿੱਚ ਜਿਨ੍ਹਾਂ ਦੀ ਬਾਸਮਤੀ ਗੜੇਮਾਰੀ ਕਰਕੇ ਖਰਾਬ ਹੋ ਗਈ, ਉਹਨਾਂ ਵੱਲ ਵੀ ਸੀਐਮ ਚੰਨੀ ਦੇਖਣਗੇ ਕਿ ਨਹੀਂ? ਸਵਲੀਨ, ਜਿਸ ਦਿਨ ਇਹ ਘਟਨਾ ਵਾਪਰਦੀ ਆ ਕਿ ਮਾਲਵੇ ਦੇ ਵਿੱਚ ਲੋਕ ਤਰਾਹ ਕਰਨ ਲੱਗ ਗਏ ਜਦੋਂ ਨਰਮੇ ਦੀ ਗੁਲਾਬੀ ਸੁੰਡੀ ਦਾ ਜਦੋਂ ਜ਼ਿਕਰ ਆ ਰਿਹਾ ਆ ਕਿ ਕਿਸਾਨਾਂ ਨੇ ਮਿਕਦਾਰ ਦੇ ਮੁਤਾਬਕ ਜੋ ਦਵਾਈਆਂ ਵਰਤਣੀਆਂ ਸੀ ਉਹ ਵੀ ਵਰਤੀਆਂ, ਜੋ ਕਿਸਾਨਾਂ ਨੇ ਉਸ ਫਸਲ ਨੂੰ ਨੇਪਰੇ ਚਾੜਨ ਲਈ ਮਿਹਨਤ ਮਸ਼ੱਕਤ ਕਰਨੀ ਸੀ ਉਹ ਵੀ ਕੀਤੀ। ਪਰ ਕਿਸਾਨਾਂ ਦਾ ਬਹੁਤ ਵੱਡੇ ਪੱਧਰ ਤੇ ਦੋਸ਼ ਸੀ ਵੀ ਜਿਹੜੀ ਸਾਨੂੰ ਪੈਸਟੀਸਾਈਡ ਦਿੱਤੇ ਗਏ ਨੇ, ਖਾਸ ਕਰਕੇ ਉਹ ਵੀ ਸਰਕਾਰ ਦੀਆਂ ਏਜੰਸੀਆਂ ਜਾਂ ਸਰਕਾਰ ਦੇ ਅਦਾਰਿਆਂ ਵੱਲੋਂ ਰਿਕਮੈਂਡਡ ਦਿੱਤੇ ਗਏ ਨੇ, ਉਹਨਾਂ ਦੇ ਬਾਵਜੂਦ ਵੀ ਗੁਲਾਬੀ ਸੁੰਡੀ ਨੇ ਏਦਾਂ ਦਾ ਮਾਲਵੇ ਦੀ ਪੱਟੀ ਦੇ ਵਿੱਚ ਕਹਿਰ ਵਰਤਾਇਆ ਕਿ ਉਸ ਕਹਿ ਸਕਦੇ ਹਾਂ ਵੱਡੇ ਨੁਕਸਾਨ ਨੇ ਕਿਸਾਨਾਂ ਦਾ ਜੀਣਾ ਉਸ ਏਰੀਏ ਦੇ ਵਿੱਚ ਦੁੱਭਰ ਕਰ ਦਿੱਤਾ। ਵੱਡੇ ਵੱਡੇ ਲੇਖ ਆਏ, ਵੱਡੀਆਂ ਖਬਰਾਂ ਆਈਆਂ ਕਿ ਲੋਕਾਂ ਨੂੰ ਆਪਣੇ ਵਿਆਹ ਸ਼ਾਦੀਆਂ ਤੱਕ ਜਿਹੜੇ ਆ ਉਹ ਪੋਸਟਪੋਨ ਕਰਨੇ ਪਏ ਕਿ ਕਿੰਨਾ ਘਾਟਾ, ਕਿੰਨੇ ਏਕੜ ਜਿਹੜੀ ਲੋਕਾਂ ਦੀ ਆ ਫਸਲ ਆ ਉਹ ਬਰਬਾਦ ਹੋ ਗਈ। ਸਰਕਾਰੀ ਅੰਕੜਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਲਗਭਗ 4 ਲੱਖ ਏਕੜ ਦੇ ਨੇੜੇ ਤੇੜੇ ਦਾ ਰਕਬਾ ਇਸ ਗੁਲਾਬੀ ਸੁੰਡੀ ਦੀ ਮਾਰ ਦੇ ਨਾਲ ਪ੍ਰਭਾਵਿਤ ਹੋਇਆ। ਜਦੋਂ ਇਹ ਘਟਨਾ ਵਾਪਰਦੀ ਆ, ਰੌਲਾ ਪੈਂਦਾ, ਗੱਲ ਮੀਡੀਆ 'ਚ ਆਉਂਦੀ ਤਾਂ ਪੰਜਾਬ ਦੇ ਮੁੱਖ ਮੰਤਰੀ ਲਗਭਗ ਉਦੋਂ ਚਰਨਜੀਤ ਚੰਨੀ ਹਜੇ ਨਵੇਂ ਬਣੇ ਸਨ, ਤੁਰੰਤ ਉੱਥੇ ਆਪਣੇ ਨਾਲ ਲੈ ਕੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਉਸ ਬੈਲਟ ਵਿੱਚ ਪਹੁੰਚਦੇ ਨੇ। ਲੋਕਾਂ ਨੇ ਵੀ ਇਸ ਗੱਲ ਨੂੰ ਬੜਾ ਸਰਾਹਿਆ ਕਿ ਘੱਟੋ ਘੱਟ ਜੇ ਕੋਈ ਇਸ ਸੂਬੇ ਦਾ ਮੁਖੀ ਸਾਡੇ ਨਾਲ ਆਣ ਕੇ ਅੱਜ ਖੜਾ ਹੋਇਆ ਆ ਤੇ ਇਹ ਗੱਲ ਬਹੁਤ ਲੋਕਾਂ ਦੇ ਵਿੱਚ ਚੰਗੀ ਇਹਦੀ ਧਾਰਨਾ ਗਈ। ਲੋਕਾਂ ਦੇ ਘਰਾਂ ਦੇ ਵਿੱਚ ਦੌਣ ਵਾਲੇ ਮੰਜੇ ਦੇ ਉੱਤੇ ਬੈਠ ਕੇ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਦੇ ਨਾਲ ਬੈਠ ਕੇ ਫੁਲਕਾ ਵੀ ਛਕਿਆ। ਇਹ ਸਾਰੀਆਂ ਗੱਲਾਂ ਤੋਂ ਬਾਅਦ ਜਦੋਂ ਲੰਬਾ ਸਮਾਂ ਲੰਘ ਗਿਆ ਤੇ ਕਿਸਾਨਾਂ ਨੂੰ ਕੋਈ ਮੁਆਵਜ਼ੇ ਦਾ ਐਲਾਨ ਨਹੀਂ ਹੋਇਆ ਤੇ ਜਾਂ ਕਹਿ ਸਕਦੇ ਕਿ ਥੱਲੇ ਜਿਹੜੇ ਅਧਿਕਾਰੀਆਂ ਨੇ ਥੱਲੇ ਰਿਕਾਰਡ ਚੈੱਕ ਕਰਨਾ ਸੀਗਾ, ਇਹਦੀਆਂ ਗਿਣਤੀਆਂ ਮਿਣਤੀਆਂ ਕਰਨੀਆਂ ਸੀਗੀਆਂ, ਉਹਦੇ ਵਿੱਚ ਜੋ ਲੰਬੀ ਦੇਰੀ ਹੋਣ ਲੱਗੀ ਤੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਸਰਕਾਰੀ ਅਦਾਰਿਆਂ ਦੇ ਮੂਹਰੇ ਪ੍ਰਦਰਸ਼ਨ ਵੀ ਕਰਨਾ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਆ ਉਹ ਵੀ ਤੰਜ ਕੱਸ ਰਹੀਆਂ ਸੀਗੀਆਂ, ਖਾਸ ਕਰਕੇ ਚਰਨਜੀਤ ਚੰਨੀ ਦੇ ਉੱਪਰ ਵੀ ਇੰਨਾ ਲੋਕਾਂ ਦੇ ਉੱਤੇ ਕਹਿਰ ਵਾਪਰਿਆ ਤੇ ਸਰਕਾਰ ਨੇ ਹਜੇ ਤੱਕ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ। ਭਾਵੇਂ ਕਿ ਵੱਡੇ ਕੋਈ 55,000 ਏਕੜ ਪਰ ਏਕੜ ਦੀ ਮੰਗ ਕਰ ਰਿਹਾ ਸੀ, ਕੋਈ 50,000, ਕੋਈ 60,000, ਪਰ ਸਰਕਾਰ ਨੇ ਸਾਰਾ ਅੰਕੜਾ ਦੇਖਣ ਤੋਂ ਬਾਅਦ ਜਿਹੜੀ ਲਗਭਗ 416 ਕਰੋੜ ਦੀ ਰਾਸ਼ੀ ਜਿਹੜੀ ਆ ਉਹ ਕਿਸਾਨ ਜਿਹੜੇ ਇਹਦੀ ਮਾਰ ਹੇਠ ਆਏ ਆ ਉਹਨਾਂ ਨੂੰ ਉਹ ਭੇਜਣ ਦਾ ਐਲਾਨ ਕਰ ਦਿੱਤਾ। ਉਹਦੇ ਵਿੱਚ 3 ਸਲੈਬ ਸਵਲੀਨ ਬਣਾਈਆਂ ਗਈਆਂ ਨੇ ਵੀ ਇੰਨੇ ਪਰਸੈਂਟ ਤੋਂ ਲਗਭਗ 76% ਤੋਂ 100% ਤੱਕ ਵੱਧ ਤੋਂ ਵੱਧ 12,000 ਆ ਤੇ ਘੱਟੋ ਘੱਟ ਜਿਹੜਾ ਆ ਉਹ 2,000 ਆ। ਤੇ ਏਦਾਂ ਹੀ ਇਹ ਸਲੈਬ ਦੇ ਵਿੱਚ ਜਿੱਥੇ ਜਿਹਦਾ ਨੁਕਸਾਨ ਹੋਊਗਾ ਉਹ ਨੁਕਸਾਨ ਦੇ ਅਧੀਨ ਉਸ ਕਿਸਾਨਾਂ ਨੂੰ ਫਾਇਦਾ ਦਿੱਤਾ ਜਾਣਾ। ਹੁਣ ਜਿਸ ਕਿਸਾਨ ਦਾ ਨੁਕਸਾਨ ਜਿਹੜਾ ਆ ਉਹ ਜਿਹੜੇ ਉੱਥੇ ਦੇ ਅਫਸਰ ਹੋਣਗੇ ਜਾਂ ਪਟਵਾਰੀ ਜਾਂ ਜਿਹੜਾ ਵੀ ਇਸ ਗੱਲ ਦੀ ਕੋਈ ਤੈਅ ਗੱਲ ਕਰੂਗਾ ਵੀ ਕਿੰਨਾ ਨੁਕਸਾਨ ਹੋਇਆ, ਇਹ ਵੱਡੇ ਪੱਧਰ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਨਿਗਾਹ ਰੱਖਣ ਦੀ ਲੋੜ ਪਊਗੀ ਕਿ ਕਿਤੇ ਭ੍ਰਿਸ਼ਟਾਚਾਰ ਦੀ ਇਹਦੇ ਵਿੱਚੋਂ ਬੋ ਨਾ ਆ ਜਾਵੇ, ਕਿਉਂਕਿ ਤੁਹਾਡਾ ਨੁਕਸਾਨ ਹੋਇਆ ਆ ਮਤਲਬ 32% ਤੋਂ ਉੱਪਰ ਤੇ ਤੁਹਾਨੂੰ ਕਾਊਂਟ ਕੀਤਾ ਜਾਊਗਾ ਥੱਲੇ, ਜਾਂ ਤੁਹਾਡਾ ਨੁਕਸਾਨ ਹੋਇਆ 76% ਤੋਂ ਉੱਪਰ ਤੇ ਤੁਹਾਨੂੰ ਕਾਊਂਟ ਕੀਤਾ ਜਾਊਗਾ ਥੱਲੇ, ਜਾਂ ਤੁਹਾਡੀ ਐਕਚੁਅਲ ਨੁਕਸਾਨ ਲਿਖਣ ਲਈ ਕੀ ਉੱਥੇ ਦੇ ਮੌਕੇ ਦੇ ਸੰਬੰਧਿਤ ਅਧਿਕਾਰੀ ਪਾਰਦਰਸ਼ੀ ਆਪਣੀ ਜਿਹੜੀ ਆ ਨੀਤੀ ਦਾ ਵਿਖਾਵਾ ਕਰ ਸਕਣਗੇ ਜਾਂ ਪਾਰਦਰਸ਼ਾ ਝਲਕੂਗੀ, ਕਿਉਂਕਿ ਸਮਾਂ ਸਰਕਾਰ ਦੇ ਕੋਲ ਹੁਣ 1.5 ਮਹੀਨੇ ਦੇ ਨੇੜੇ ਤੇੜੇ ਦਾ ਬਚਿਆ ਆ। ਕਦੋਂ ਇਸ ਚੀਜ਼ ਨੂੰ ਪੈਸੇ ਨੂੰ ਨੋਮੀਨੇਟ ਕਰਨਾ ਆ, ਕਿੰਨਾ ਨੁਕਸਾਨ ਹੋਇਆ ਆ ਤਾਂ ਕਦੋਂ ਕਿਸਾਨਾਂ ਕੋਲ ਪੈਸਾ ਪਹੁੰਚਣਾ ਆ, ਇਹ ਹਜੇ ਵੱਡਾ ਸਵਾਲ ਖੜਾ ਆ। ਪਰ ਫਿਰ ਵੀ ਜੇਕਰ ਕਹਿੰਦੇ ਹੁੰਦੇ ਆ ਮਰਦੇ ਨੂੰ ਤਿਣਕੇ ਦਾ ਸਹਾਰਾ ਹੁੰਦਾ ਆ, ਜੇਕਰ ਕਿਸਾਨਾਂ ਦੇ ਇਸ ਨੁਕਸਾਨ ਦਾ ਸਰਕਾਰ ਨੇ ਕੁਝ ਨਾ ਕੁਝ ਵੀ ਨੁਕਸਾਨ ਭਰਪਾਈ ਕਰਨ ਲਈ ਭੇਜਿਆ ਆ ਤੇ ਇਹ ਸ਼ਲਾਘਾਯੋਗ ਕਦਮ ਆ। ਪਰ ਦੇਖਣਾ ਹੋਊਗਾ ਕਿ ਵਾਕਿਆ ਹੀ ਗਰਾਊਂਡ ਤੇ ਜਿੰਨਾ ਪੈਸਾ ਸਰਕਾਰ ਵੱਲੋਂ ਭੇਜਿਆ ਗਿਆ ਆ ਉਹ ਕਿਸਾਨਾਂ ਤੱਕ ਪਹੁੰਚ ਪਾਉਂਦਾ ਆ, ਕੀ ਕਿਸਾਨ ਉਸ ਪੈਸੇ ਦੇ ਨਾਲ ਸਰਵਾਈਵ ਕਰ ਪਾਉਂਦੇ ਆ, ਇਹ ਇੱਕ ਵੱਡਾ ਸਵਾਲ ਖੜਾ ਆ। 26% ਤੋਂ ਲੈ ਕੇ 32% ਤੱਕ ਜਿਹਦੀ ਫਸਲ ਨੁਕਸਾਨੀ ਗਈ ਆ ਉਹਨੂੰ ਦੇਣਾ ਸੀਐਮ ਚੰਨੀ ਸਾਹਿਬ ਨੇ ਸਿਰਫ 2,000। ਤੁਸੀਂ ਕਹਿੰਦੇ ਡੁੱਬਦੇ ਨੂੰ ਤਿਣਕੇ ਦਾ ਸਹਾਰਾ, ਕਿੱਡਾ ਕੁ ਵੱਡਾ ਤਿਣਕਾ ਏ 2,000 1 ਏਕੜ ਪਿੱਛੇ। ਸਵਲੀਨ ਜੀ, ਜਦੋਂ ਪਿੱਛੇ ਜੇ ਵੀ ਇੱਕ ਗਿਰਦਾਵਰੀਆਂ ਹੋਈਆਂ ਸੀ ਤੇ ਚੈੱਕ ਆਏ ਸੀਗੇ, ਕੋਈ 56 ਰੁਪਏ ਦਾ ਚੈੱਕ, ਕੋਈ 45 ਰੁਪਏ ਦਾ ਚੈੱਕ, ਕੋਈ 250 ਦਾ ਚੈੱਕ, ਤੇ ਲੋਕੀ ਜਿਹੜੇ ਮੋਟਰਸਾਈਕਲ ਤੇ ਵੀ ਚੈੱਕ ਲੈਣ ਗਏ ਸੀ ਨਾ ਲੀਡਰਾਂ ਕੋਲੋਂ ਜਾਂ ਡੀਸੀ ਦਫ਼ਤਰ ਕੋਲੋਂ,
ਉਹ ਵੀ 200 ਦਾ ਪੈਟਰੋਲ ਫੂਕ ਕੇ ਗਏ ਸੀ। ਪਰ ਫੋਟੋ ਲੱਗ ਗਈ ਅਖਬਾਰਾਂ ਤੇ ਵੀ ਚੈੱਕ ਵੰਡੇ ਨੇ। ਬਿਲਕੁਲ ਖਬਰ ਲੱਗ ਜਾਣੀ ਆ। ਵੱਡੇ ਸ਼ਹਿਰਾਂ ਤੁਸੀਂ ਚਲ ਜਾਓ, ਜਲੰਧਰ, ਲੁਧਿਆਣਾ, ਪਟਿਆਲਾ, ਹੋਰ ਵੱਡੇ ਸ਼ਹਿਰਾਂ ਚਲ ਜਾਓ, ਬਠਿੰਡੇ ਚਲ ਜਾਓ, ਤੁਹਾਨੂੰ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰਤ ਜਿਹੜੇ ਫਲੈਕਸ ਬੋਰਡ ਆ ਉਹਨਾਂ ਦੇ ਉੱਤੇ ਵੱਡੀਆਂ ਗੱਲਾਂ ਲਿਖੀਆਂ ਮਿਲ ਜਾਣਗੀਆਂ ਕਿ ਸੀਐਮ ਚੰਨੀ ਸਾਹਿਬ ਮੌਕੇ ਤੇ ਲੋਕਾਂ ਦਾ ਹੱਲ ਕਰਦੇ ਨੇ। ਹੁਣ ਕਿੰਨਾ ਕੁ ਹੱਲ ਹੋਇਆ ਆ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਲਵਾ ਬੈਲਟ ਦੀ ਪੱਟੀ ਜਿਹੜੀ ਆ ਉਹ 2022 ਦੀ ਵੋਟਾਂ ਦੇ ਰੂਪ ਵਿੱਚ ਹੀ ਆਪਣਾ ਕਹਿ ਸਕਦੇ ਆ ਕਿ ਦੱਸਣਗੇ ਵੀ ਵਾਕਿਆ ਜਿਹੜੀ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ। ਬਿਲਕੁਲ ਸਾਹਿਬ, ਮਾਝੇ ਵਾਲੇ ਵੀ ਉਡੀਕਦੇ ਨੇ ਸੀਐਮ ਚੰਨੀ ਨੂੰ, ਜਿਨ੍ਹਾਂ ਦੀ ਬਾਸਮਤੀ ਗੜਿਆਂ ਨੇ ਖਰਾਬ ਕਰਤੀ ਹੈ। ਸਵਲੀਨ, ਜੇ ਇਸ ਨਰਮੇ ਦੇ ਕੰਮ ਨੂੰ ਲਗਭਗ ਮਹੀਨੇ ਤੋਂ 1.5 ਮਹੀਨੇ ਦਾ ਟਾਈਮ ਲੱਗ ਗਿਆ ਤੇ ਸਰਕਾਰ ਕੋਈ ਬਾਹਲਾ ਜਾਦੂ ਦੀ ਛੜੀ ਚਲਾ ਦੇਵੇ ਤਾਂ ਫਿਰ ਤਾਂ ਮਾਝੇ ਵਾਲਿਆਂ ਦੀ ਬਾਸਮਤੀ ਦਾ ਕੋਈ ਨਾ ਕੋਈ ਕਹਿ ਸਕਦੇ ਹੱਲ ਨਿਕਲ ਸਕਦਾ ਆ। ਪਰ ਜਿੱਦਾਂ ਦੇ ਸੀਐਮ ਚੰਨੀ ਦੇ ਜਿੰਨੇ ਦਿੱਲੀ ਨੂੰ ਗੇੜੇ ਲੱਗਦੇ ਨੇ ਉਸ ਹਿਸਾਬ ਦੇ ਨਾਲ ਜੇ ਟਾਈਮ ਹੀ ਨਹੀਂ ਬਚਿਆ ਮਾਝੇ ਵਾਲ ਕਿਤੇ ਨਿਗਾਹ ਮਾਰਨ ਦਾ, ਗੇੜਾ ਮਾਰਨ ਦਾ, ਤਾਂ ਮੈਨੂੰ ਲੱਗਦਾ ਕਿ ਮਾਝੇ ਵਾਲੇ ਵੀਰਾਂ ਦੀ ਜਿੱਥੇ ਗੜੇਮਾਰੀ ਨੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਆ ਤੇ ਉਹਨਾਂ ਦੀਆਂ ਜਿਹੜੀਆਂ ਡਿਮਾਂਡ ਆ, ਉਹਨਾਂ ਦੀ ਮੰਗ ਆ ਕਿ ਸਾਡੇ ਵੀ ਗਿਰਦਾਵਰੀ ਕਰਾਈ ਜਾਵੇ, ਇਹ ਕਿਤੇ ਕਾਗਜ਼ਾਂ ਪੱਤਰਾਂ ਵਿੱਚ ਆਰਡਰ ਗਿਰਦਾਵਰੀ ਦੇ ਏਦਾਂ ਹੀ ਨਾ ਰਹਿ ਜਾਣ। ਇਸ ਗੱਲ ਦੇ ਖਦਸ਼ੇ ਹਜੇ ਆਪਣੇ ਸਾਹਮਣੇ ਖੜੇ ਆ। ਬਿਲਕੁਲ ਸਾਹਿਬ, ਤੁਸੀਂ ਗੱਲ ਕਰ ਰਹੇ ਗੇੜਿਆਂ ਦੀ, ਤੇ ਕੇਜਰੀਵਾਲ ਦਾ ਵੀ ਪੰਜਾਬ ਨੂੰ ਹੁਣ ਗੇੜੇ ਤੇ ਗੇੜਾ ਹੀ ਆ। ਆਮ ਆਦਮੀ ਪਾਰਟੀ ਦਾ ਪ੍ਰਚਾਰ ਪੂਰੀ ਤਰ੍ਹਾਂ ਜ਼ੋਰਾਂ ਤੇ ਆ। ਕੱਲ ਬਠਿੰਡਾ ਗਏ ਨੇ ਤੇ ਉੱਥੇ ਜਾ ਕੇ ਜੋਜੋ ਨੂੰ ਚੁੰਡੀ ਵੱਢੀ ਆ। ਕੀ ਹੈ ਇਹ ਜੋਜੋ ਟੈਕਸ ਜਿਹਦਾ ਕੱਲ ਦਾ ਇੰਨਾ ਰੌਲਾ ਪਿਆ ਤੇ ਕੇਜਰੀ ਸਾਹਿਬ ਵੀ ਪਵਾੜੇ ਨੂੰ ਫੜੇ ਗਏ ਆ? ਅਗਲਾ ਕਹਿੰਦਾ ਮੈਂ ਮਾਣਾ ਨਹੀਂ ਠੋਕੂ ਤੇਰੇ ਤੇ। ਤਵਲੀਨ, ਜਿਹੜੀ ਤੁਸੀਂ ਗੱਲ ਕਰਦੇ ਆ ਉਹ ਆਪਣੇ ਨਾਲੋਂ ਵਧੀਆ ਤਾਂ ਬਿਆਨ ਜਿਹੜਾ ਸੀਗਾ ਉਹ ਸੁਨੀਲ ਜਾਖੜ ਨੇ ਕਰਤਾ ਸੀ ਵੀ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਵਿੱਚ ਤੇ ਦਿੱਲੀ ਦਾ ਪੰਜਾਬ ਵਿੱਚ, ਤੇ ਕਹਿੰਦਾ ਸੀ ਘੱਟੋ ਘੱਟ ਇੱਕ ਦੀ ਟਾਈਮਿੰਗ ਸਹੀ ਆ। ਉਹ ਹਜੇ ਤੱਕ ਭੇਦ ਬਣਿਆ ਹੋਇਆ ਆ ਵੀ ਟਾਈਮਿੰਗ ਸਹੀ ਕਿਹਦੀ ਆ। ਜੇ ਹਿਸਾਬ ਦੇ ਨਾਲ ਬਿਆਨ ਦਿਸ ਰਿਹਾ ਤਾਂ ਉਹ ਜਿਹੜੇ ਸੁਨੀਲ ਜਾਖੜ ਦਾ ਦਰਦ ਵੀ ਉਹਦੇ ਨਾਲ ਝਲਕ ਰਿਹਾ ਅੰਦਰੋਂ। ਹੁਣ ਜਿਹੜੀ ਤੁਸੀਂ ਗੱਲ ਕੀਤੀ ਆ ਜੈਜੀਤ, ਜਿਹੜੇ ਕਿ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਨੇ, ਜੈਜੀਤ ਜੌਲ, ਜੇ ਮੈਂ ਨਾਂ ਭੁੱਲਦਾ ਹੋਵਾਂ ਤਾਂ ਉਹਨਾਂ ਦਾ ਪੂਰਾ ਨਾਂ ਆ। ਉਹਨਾਂ ਨੇ ਕਹਿ ਸਕਦੇ ਆ ਕਿ ਕੇਜਰੀਵਾਲ ਨੇ ਜਦੋਂ ਬਠਿੰਡੇ ਦੇ ਵਿੱਚ ਜਾਂ ਮਾਲਵਾ ਬੈਲਟ ਦੀ ਪੱਟੀ ਦੇ ਵਿੱਚ ਆਪਣਾ ਦੌਰਾ ਕੀਤਾ ਆ, ਭਗਵੰਤ ਮਾਨ ਨੂੰ ਥਾਪੀ ਦੇ ਕੇ ਘਰੋਂ ਲੈ ਕੇ ਗਏ ਨੇ ਤੇ ਭਗਵੰਤ ਮਾਨ ਨੇ ਵੀ ਬੜੇ ਲੰਬੇ ਸਮੇਂ ਦੇ ਬਾਅਦ ਆਪਣਾ ਗੁੱਬ ਗਵਾੜ ਜਿਹੜਾ ਆ ਪਿਛਲੇ ਲਗਭਗ 6 ਮਹੀਨੇ ਤੋਂ ਬਾਅਦ ਉਹ ਦੱਬਿਆ ਪਿਆ ਸੀ, ਉਹ ਕੱਢਿਆ ਤੇ ਉਹਨਾਂ ਨੇ ਬਿਆਨ ਦਿੱਤਾ ਆ ਕਿ ਮਾਲਵਾ ਪੱਟੀ ਦੇ ਵਿੱਚ ਜਾਂ ਬਠਿੰਡਾ ਬੈਲਟ ਦੇ ਵਿੱਚ ਉਹ ਟੈਕਸ ਜਿਹੜਾ ਆ ਜੋਜੋ ਟੈਕਸ ਲੱਗਦਾ ਆ, ਉਹ ਟੈਕਸ ਤੋਂ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਮੁਕਤੀ ਮਿਲੂਗੀ, ਸਾਡੀ ਸਰਕਾਰ ਬਣਾ ਦਿਓ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਜਿਹੜੇ ਟੈਕਸ ਲਾ ਰਹੇ ਆ ਉਹ ਵੀ ਹੁਣ ਸੰਭਲ ਜਾਣ, ਬੰਦ ਕਰ ਦੇਣ। ਇਸ ਗੱਲ ਨੂੰ ਲੈ ਕੇ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਨੇ ਉਹਨਾਂ ਤੇ ਡੈਫਰਮੇਸ਼ਨ ਦਾ ਕੇਸ ਵੀ ਕਰ ਦਿੱਤਾ ਆ। ਹੁਣ ਦੇਖਦੇ ਆ ਕਿ ਇਸ ਟੈਕਸ ਨੂੰ ਲੈ ਕੇ ਜਿੰਨੀਆਂ ਸੁਰਖੀਆਂ ਤਕਰੀਬਨ ਕੱਲ ਦੀਆਂ ਅਖਬਾਰਾਂ ਦੇ ਵਿੱਚ ਜਾਂ ਚੈਨਲਾਂ ਤੇ ਬਣੀਆਂ ਹੋਈਆਂ ਆ, ਇਹ ਕੇਸ ਨੂੰ ਲੈ ਕੇ ਹੁਣ ਮਾਫੀ ਕੇਜਰੀਵਾਲ ਮੰਗਦੇ ਆ ਜਾਂ ਕੇਸ ਅੱਗੇ ਵਧਾ ਕੇ ਲੜਦੇ ਆ। ਕਿਤੇ ਇਹ ਨਾ ਹੋਵੇ ਕਿ ਜਿਵੇਂ ਬਿਕਰਮ ਸਿੰਘ ਮਜੀਠੀਆ ਤੋਂ ਮੁੜ ਕੇ ਮਾਫੀ ਮੰਗ ਕੇ ਜਾਂਚ ਛਡਾਉਣੀ ਪਈ ਸੀ, ਏਦਾਂ ਜਾਂਚ ਛਡਾਉਣੀ ਪਊਗੀ। ਜੋ ਕਹਿੰਦਾ ਮੈਂ ਮਾਫੀ ਨਹੀਂ ਦੇਣੀ, ਮੰਗੋਗੇ ਤਾਂ ਵੀ ਨਹੀਂ ਦੇਣੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸ ਟੈਕਸ ਨੂੰ ਲੈ ਕੇ ਹੁਣ ਕੇਜਰੀਵਾਲ ਮਾਫੀ ਮੰਗੂਗਾ ਜਾਂ ਵਾਕਿਆ ਹੀ ਉਹ ਸਾਬਤ ਕਰ ਦਊਗਾ ਕਿ ਜੋ ਟੈਕਸ ਬਠਿੰਡਾ ਦੇ ਏਰੀਏ ਵਿੱਚ ਕੋਈ ਲੱਗਦਾ ਆ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਗਾ ਸਾਹਿਬ, ਹੁਣ ਗੱਲ ਕਰਦੇ ਹਾਂ ਖੇਲਾ ਖੇਲਣ ਵਾਲੀ ਦੀਦੀ ਦੀ, ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਦੀ। ਉਹਨਾਂ ਨੇ ਕਾਂਗਰਸ ਤੇ ਤੰਜ ਕੱਸਿਆ, ਕਹਿੰਦੀ ਇਹਨਾਂ ਦੇ ਪੱਲੇ ਘੱਟ ਕੁਛ ਆ ਤਾਂ ਕਰਕੇ ਮੋਦੀ ਹੋਰੀ ਜ਼ਿਆਦਾ ਤਾਕਤਵਰ ਨੇ। ਕਿੱਦਾਂ ਦੇਖਦੇ ਹੋ ਇਸ ਬਿਆਨ ਨੂੰ? ਤਵਲੀਨ ਚ ਆਪਣੇ ਪੰਜਾਬੀ ਚ ਆਮ ਅੱਗੇ ਇੱਕ ਲਫ਼ਜ਼ ਬੋਲਦੇ ਹੁੰਦੇ ਸੀ, ਬੰਦਾ ਜਦੋਂ ਡਰਿਆ ਹੋਵੇ ਕਹਿੰਦਾ ਬੜਾ ਬੜਾ ਕੇ ਉੱਠਦਾ। ਉਹ ਜਦੋਂ ਪੱਛਮੀ ਬੰਗਾਲ ਤੋਂ ਮੂੰਹ ਦੀ ਖਾ ਕੇ ਆਏ ਅਮਿਤ ਸ਼ਾਹ ਤੇ ਮੋਦੀ, ਉਦੋਂ ਕਿੰਨੀ ਚਿਰ ਬੜਾ ਬੜਾ ਕੇ ਉੱਠਦੇ ਰਹੇ। ਸਾਰੇ ਦੇਸ਼ ਨੂੰ ਵੀ ਉਸ ਵੇਲੇ ਕਰੋਨਾ ਦੀ ਦੂਜੀ ਲਹਿਰ ਦੇ ਵਿੱਚ ਧੱਕ ਦਿੱਤਾ ਇਹਨਾਂ ਨੇ। ਤੇ ਹੁਣ ਜਿਹੜਾ ਮਮਤਾ ਬੈਨਰਜੀ ਇਸ ਵੇਲੇ ਗੋਆ ਗਏ ਹੋਏ ਨੇ ਤੇ ਉੱਥੇ ਜਾ ਕੇ ਜਿਹੜਾ ਉਹਨੇ ਬਿਆਨ ਦਿੱਤਾ ਆ, ਉਹ ਬਿਆਨ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਅਹਿਮ ਸਥਾਨ ਰੱਖਦਾ ਆ। ਜਿਹੜੀ ਸਭ ਤੋਂ ਵੱਡੀ ਉਹਨਾਂ ਨੇ ਗੱਲ ਕਹੀ ਆ ਕਿ ਇਸ ਵੇਲੇ ਜੇਕਰ ਮੋਦੀ ਦੀ ਟੀਮ ਸਟਰੋਂਗ ਆ ਜਾਂ ਭਾਜਪਾ ਇਸ ਵੇਲੇ ਜਿਹੜੇ ਭਾਰਤ ਦੇ ਉੱਤੇ ਆਪਣੀ ਤਾਨਾਸ਼ਾਹੀ ਚਲਾ ਰਹੀ ਆ, ਤੇ ਉਹਦੀ ਵਿੱਚ ਸਭ ਤੋਂ ਵੱਡੀ ਜਿਹੜੀ ਆ ਕਾਂਗਰਸ ਦੀ ਕਮਜ਼ੋਰੀ ਕਾਰਨ ਹੀ ਜਿਹੜੀ ਭਾਜਪਾ ਜਾਂ ਮੋਦੀ ਇਸ ਵੇਲੇ ਦੇਸ਼ ਦੀ ਸੱਤਾ ਦੇ ਉੱਤੇ ਕਾਬਜ ਹੋਏ ਬੈਠੇ ਹਨ। ਇਹ ਚਿੰਤਾ ਦਾ ਵਿਸ਼ਾ ਆ। ਜੇਕਰ ਐਡੀ ਵੱਡੀ ਪਾਰਟੀ ਜਿਹਨੇ ਲਗਭਗ 40 ਤੋਂ 50 ਸਾਲ
ਭਾਰਤ ਦੀ ਰਾਜਨੀਤੀ ਦੇ ਉੱਤੇ ਆਪਣਾ ਦਮਖਮ ਰੱਖਿਆ ਹੋਵੇ, ਰਾਜ ਕੀਤਾ ਹੋਵੇ, ਤੇ ਅੱਜ ਉਹ ਪਾਰਟੀ ਜਿਹੜੀ ਆ ਉਹ 100 ਦਾ ਅੰਕੜਾ ਵੀ ਪਿਛਲੀ 2 ਟਰਮਾਂ ਦੇ ਵਿੱਚ ਨਹੀਂ ਛੂਹ ਸਕੀ। ਤੇ ਇਹ ਵਾਕਿਆ ਹੀ ਇੱਕ ਚਿੰਤਾ ਦਾ ਵਿਸ਼ਾ ਆ। ਹਜੇ ਵੀ ਜੇ ਮੰਨਿਆ ਜਾਵੇ ਪੂਰੇ ਭਾਰਤ ਦੇ ਵਿੱਚ ਤੇ 200 ਸੀਟਾਂ ਹਜੇ ਵੀ ਉੱਥੇ ਨੇ ਜਿੱਥੇ ਕਾਂਗਰਸ ਦੀ ਸਿੱਧੀ ਟੱਕਰ ਵਿਰੋਧੀ ਦਲ ਨਾਲ ਹੁੰਦੀ ਜਾਂ ਬੀਜੇਪੀ ਨਾਲ ਹੁੰਦੀ ਆ। 200 ਸੀਟਾਂ ਹਜੇ ਵੀ ਉਹ ਕਾਊਂਟ ਕੀਤੀਆਂ ਜਾਂਦੀਆਂ ਨੇ। ਕਾਂਗਰਸ ਦਾ ਵਿਰੋਧੀ ਪਾਰਟੀ ਦੇ ਤੌਰ ਤੇ ਕਮਜ਼ੋਰ ਹੋ ਜਾਣਾ ਤੇ ਅੱਜ ਉਸੇ ਦਾ ਖਮਿਆਜਾ ਜਿਹੜਾ ਆ ਉਹ ਵੱਖ-ਵੱਖ ਜਿਹੜੀਆਂ ਘੱਟ ਗਿਣਤੀ ਦੀਆਂ ਕੌਮਾਂ ਭੁਗਤ ਰਹੀਆਂ ਨੇ, ਤੇ ਉਸੇ ਕਹਿ ਸਕਦੇ ਆ ਕਿ ਉਹਨਾਂ ਦੀ ਕਮਜ਼ੋਰੀ ਦਾ ਖਮਿਆਜਾ ਜਿਹੜਾ ਆ ਉਹ ਚਾਹੇ ਜੰਮੂ ਕਸ਼ਮੀਰ ਦੇ ਵਿੱਚ ਜੋ ਕੁਝ ਹੋ ਰਿਹਾ ਆ, ਚਾਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਹੜਾ ਸਾਡੀ ਉੱਤਰੀ ਭਾਰਤ ਦੀ ਬੈਲਟ ਹੈ, ਜਿਹੜੇ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼, ਇਹ ਲੋਕ ਸਹਿ ਰਹੇ ਨੇ। ਜੇ ਕਿਸਾਨੀ ਅੰਦੋਲਨ ਦੇ ਵਿੱਚ ਅੱਜ ਹੱਡ ਗੋਡੇ ਲੋਕ ਰਗੜਾ ਰਹੇ ਨੇ, ਸੜਕਾਂ ਤੇ ਲੰਮੇ ਪਏ ਨੇ, ਉਹ ਇਸੇ ਕਾਰਨ ਨੇ ਕਿ ਕਿਤੇ ਨਾ ਕਿਤੇ ਭਾਰਤ ਦੀ ਰਾਜਨੀਤੀ ਵਿੱਚ ਜਿਹੜੀ ਵਿਰੋਧੀ ਧਿਰ ਆ ਉਹ ਬਹੁਤ ਕਮਜ਼ੋਰ ਹੋ ਗਈ। ਇਹਨੂੰ ਲੈ ਕੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਆ, ਤੇ ਉਹਨਾਂ ਨੇ ਉੱਥੇ ਦੇ ਲੋਕਾਂ ਨੂੰ ਵੀ ਅਗਾਹ ਕੀਤਾ ਆ ਵੀ ਤੁਸੀਂ ਇਹ ਨਾ ਸੋਚੋ ਕਿ ਸ਼ਾਇਦ ਕੋਈ ਹਿੰਦੂ ਵਿਰੋਧੀ ਮੇਰਾ ਚਿਹਰਾ ਐਲਾਨ ਕੇ ਭਾਜਪਾ ਜਿਹੜੀ ਆ ਉਹ ਸਾਨੂੰ ਲੋਕਾਂ ਤੋਂ ਦੂਰ ਕਰ ਦੇਵੇ। ਉਹਨਾਂ ਨੇ ਦੱਸਿਆ ਕਿ ਲੋਕਤੰਤਰ ਦੇ ਵਿੱਚ ਜਾਤ ਧਰਮ ਸਭ ਕੁਝ ਛੋਟਾ ਆ, ਲੋਕਤੰਤਰ ਜਿਹੜਾ ਉਹ ਵੱਡਾ ਆ। ਪਰ ਜਿਹੜੀ ਹਊਆ ਇਸ ਵੇਲੇ ਧਰਮ ਦਾ ਬਣਾ ਕੇ ਜਾਂ ਡਰ ਭੈ ਦਾ ਬਣਾ ਕੇ ਇਸ ਵੇਲੇ ਭਾਜਪਾ ਭਾਰਤ ਦੇ ਵਿੱਚ ਆਪਣੀ ਸੱਤਾ ਜਿਹੜੀ ਆ ਉਹਨੂੰ ਬਰਕਰਾਰ ਰੱਖਣਾ ਚਾਹੁੰਦੀ ਆ, ਉਹਨੂੰ ਲੈ ਕੇ ਮਮਤਾ ਬੈਨਰਜੀ ਨੇ ਜਿਸ ਤਰ੍ਹਾਂ ਦੀ ਇਸ ਵੇਲੇ ਰਾਗ ਲਾਪਿਆ ਆ, ਇਸ ਰਾਗ ਨੂੰ ਥੋੜੇ ਦਿਨ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੇ ਵੀ ਬਿਆਨ ਦਿੱਤਾ ਸੀਗਾ, ਇਹ ਰਾਗ ਨੇ ਵੀ ਲਾਪਿਆ ਸੀਗਾ ਵੀ ਜਿਹੜਾ ਜੇਕਰ ਕਾਂਗਰਸ ਇਹ ਸੋਚਦੀ ਆ ਕਿ ਲੋਕ ਮੋਦੀ ਤੋਂ ਦੁਖੀ ਹੋ ਕੇ ਦੁਬਾਰਾ ਸਾਨੂੰ ਕਾਂਗਰਸ ਨੂੰ ਲੈ ਆਉਣਗੇ, ਤੇ ਇਹ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਬਣਦੀ ਨਹੀਂ। 30% ਤੋਂ ਲੈ ਕੇ ਹਜੇ 32, 33, 35% ਤੱਕ ਜਿੰਨਾ ਚਿਰ ਭਾਜਪਾ ਦਾ ਵੋਟ ਪ੍ਰਤੀਸ਼ਤ ਭਾਰਤੀ ਰਾਜਨੀਤੀ ਦੇ ਵਿੱਚ ਹੈਗਾ ਆ, ਤੇ ਆਉਣ ਵਾਲੇ 30-40 ਸਾਲ ਉਹਨਾਂ ਨੇ ਕਿਹਾ ਕਿ ਆਉਣ ਵਾਲੇ 30-40 ਸਾਲ ਦੇ ਵਿੱਚ ਭਾਜਪਾ ਨੂੰ ਰਾਜਨੀਤਿਕ ਤੌਰ ਤੇ ਚਾਹੇ ਉਹ ਵਿਰੋਧ ਚ ਆ ਜਾਵੇ ਚਾਹੇ ਸੱਤਾ ਚ ਆ ਜਾਵੇ ਹਜੇ ਰੋਕੇ ਨਹੀਂ ਕੀਤਾ ਜਾ ਸਕਦਾ। ਪਰ ਜਿਸ ਤਰ੍ਹਾਂ ਲਗਭਗ ਕਹਿ ਸਕਦੇ 65% ਜਿਹੜੀ ਆਬਾਦੀ ਹਜੇ ਵੀ ਭਾਜਪਾ ਦੇ ਹੱਕ ਚ ਨਹੀਂ ਹੈ। ਕਾਰਨ ਵੱਡਾ ਇੱਕੋ ਹੀ ਆ ਕਿ ਜਿਵੇਂ ਖੇਤਰੀ ਪਾਰਟੀਆਂ ਹੋ ਗਈਆਂ ਜਾਂ ਛੋਟੇ-ਛੋਟੇ ਦਾਲਿਆ ਜਿਹੜੇ ਆ ਉਹ ਵੋਟਾਂ ਦੀ ਜਿਹੜੀ ਆ ਉਹਨਾਂ ਦੇ ਵਿੱਚ ਵੰਡ ਹੋ ਜਾਂਦੀ ਆ, ਤੇ ਇਹਨਾਂ ਦੀ ਜਿਹੜੀ ਆ ਲਗਭਗ 30 ਤੋਂ ਲੈ ਕੇ 35% ਦੇ ਨੇੜੇ ਤੇੜੇ ਦਾ ਵੋਟ ਪ੍ਰਤੀਸ਼ਤ ਆ ਉਹ ਇੱਕ ਥਾਂ ਇਕੱਠਾ ਡਿੱਗਦਾ ਆ। ਉਹਨਾਂ ਨੂੰ ਇਸ ਵੇਲੇ ਅਮਿਤ ਸ਼ਾਹ ਤੇ ਮੋਦੀ ਨੂੰ ਉਹ ਵੋਟ ਨੂੰ ਕੈਪਚਰ ਕਰਨ ਦਾ ਢੰਗ ਤਰੀਕਾ ਆਉਂਦਾ ਆ। ਪਰ ਇਹ ਗੱਲ ਜਿਹੜੀ ਆ ਇਸ ਵੇਲੇ ਕਾਂਗਰਸ ਨੂੰ ਵੀ ਸਮਝ ਲੈਣੀ ਚਾਹੀਦੀ ਆ, ਤੇ ਜਿਹੜੇ ਛੋਟੇ-ਛੋਟੇ ਪ੍ਰਾਂਤਾਂ ਦੇ ਵਾਈ ਛੋਟੇ-ਛੋਟੇ ਦਲ ਨੇ ਉਹਨਾਂ ਨੂੰ ਵੀ ਸਮਝ ਲੈਣੀ ਚਾਹੀਦੀ ਆ ਕਿ ਜੇਕਰ ਇਕੱਠੇ ਹੋ ਕੇ ਲੜੋਗੇ ਤੇ 2022 ਦੇ ਵਿੱਚ ਤੋਂ ਬਾਅਦ 24 ਦਾ ਰਸਤਾ ਕੋਈ ਲੋਕਾਂ ਲਈ, ਰਾਜਨੀਤਿਕ ਦਲਾਂ ਲਈ, ਤੇ ਜਾਂ ਕਹਿ ਸਕਦੇ ਆ ਕਿ ਜਿਹੜੇ ਇਸ ਵੇਲੇ ਲੋਕ ਪਿਸ ਰਹੇ ਨੇ ਮਹਿੰਗਾਈ ਦੇ ਵਿੱਚ, ਧਰਮ ਦੀ ਰਾਜਨੀਤੀ ਦੇ ਵਿੱਚ, ਉਹਨਾਂ ਨੂੰ ਛੁਟਕਾਰਾ ਮਿਲ ਸਕਦਾ ਆ। ਜੇਕਰ ਇਸ ਤਰ੍ਹਾਂ ਕੱਲੇ ਲੜਦੇ ਰਹਿਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਸਵਲੀਨ ਆਪਾਂ ਕਹਿ ਰਹੇ ਹਾਂ ਕਿ ਅੱਜ ਕਿਸਾਨੀ ਕਰਕੇ ਮੋਦੀ ਦੇ ਜਾਂ ਬੀਜੇਪੀ ਦੇ ਖਿਲਾਫ ਕੋਈ ਲਹਿਰ ਖੜੀ ਹੋ ਗਈ ਆ, ਇਹ 'ਚ ਕੋਈ ਸ਼ੱਕ ਨਹੀਂ ਕਿ ਪੂਰੇ ਭਾਰਤ ਦੇ ਵਿੱਚ ਇਸ ਵੇਲੇ ਸਰਕਾਰ ਦਾ ਖੇਤੀ ਅੰਦੋਲਨ ਨੂੰ ਲੈ ਕੇ ਇੱਕ ਉਹਦੇ ਵਿਰੋਧ ਦਾ ਮੁੱਢ ਦਾ ਵੱਜਿਆ ਆ। ਪਰ ਹਜੇ ਲਗਭਗ 2.5 ਸਾਲ ਦਾ ਸਮਾਂ 2024 ਦੀ ਇਲੈਕਸ਼ਨ ਦੇ ਵਿੱਚ ਬਾਕੀ ਪਿਆ ਆ। ਉਹਨੂੰ ਦੇਖਦੇ ਹੋਏ ਲੱਗ ਰਿਹਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਵਿਰੋਧੀ ਦਲਾਂ ਨੇ, ਚਾਹੇ ਉਹ ਸ਼ਰਦ ਪਵਾਰ ਹੋਣ, ਚਾਹੇ ਲਾਲੂ ਪ੍ਰਸਾਦ ਯਾਦਵ ਹੋਣ, ਚਾਹੇ ਮਮਤਾ ਬੈਨਰਜੀ ਹੋਵੇ, ਚਾਹੇ ਅਖਿਲੇਸ਼ ਯਾਦਵ ਦੀ ਪਾਰਟੀ ਹੋਵੇ, ਜੇਕਰ ਇਹ ਸਾਰੀਆਂ ਪਾਰਟੀਆਂ, ਜੇ ਬਸਪਾ ਨੂੰ ਵੀ ਲੈ ਲਈਏ ਜੇ ਆਪਾਂ, ਇਹ ਸਾਰੀਆਂ ਪਾਰਟੀਆਂ ਜਿਹੜੀਆਂ ਆ ਵੱਡੇ ਪੱਧਰ ਤੇ ਸਾਊਥ ਦੀਆਂ ਪਾਰਟੀਆਂ ਨੂੰ ਨਾਲ ਰਲਾ ਕੇ ਜੇਕਰ ਇੱਕ ਲੜੀ ਵਿੱਚ ਪਰੋ ਕੇ ਇਸ ਦੁਬਾਰਾ 2024 ਦੇ ਵਿੱਚ ਜਿਹੜੀ 65% ਵੋਟ ਆ ਉਹਨੂੰ ਇੱਕ ਥਾਂ ਇਕੱਠੀ ਕਰ ਸਕਣਗੀਆਂ, ਤੇ ਤਾਂ ਹੀ ਭਾਰਤ ਦੀ ਰਾਜਨੀਤੀ ਦੇ ਵਿੱਚ ਮੋਦੀ ਨੂੰ ਜਾਂ ਮੋਦੀ ਦੀ ਪਾਰਟੀ ਨੂੰ ਉਹ ਕਿਸੇ ਨਾ ਕਿਤੇ ਸੱਤਾ ਤੋਂ ਦੂਰ ਕਰ ਸਕਦੀਆਂ। ਪਰ ਜਿਹੜੀ ਕੁੱਕੜ ਖੇ ਇਸ ਵੇਲੇ ਸਾਰੀਆਂ ਪਾਰਟੀਆਂ ਨੇ ਮਿਲ ਕੇ ਖਿਲਾਰੀ ਹੋਈ ਆ, ਉਸ ਕੁੱਕੜ ਖੇ ਦੇ ਵਿੱਚੋਂ 2024 ਵੀ ਦੁਬਾਰਾ ਮੋਦੀ ਜਿੱਤ ਕੇ ਅੱਗੇ ਲਿਜਾ ਸਕਦਾ। ਇਹ ਖਦਸ਼ੇ ਇਸ ਵੇਲੇ ਮਾਰਾਂ ਲਓ ਵੀ ਹਜੇ ਵੀ ਜਿਹੜੇ ਆ ਉਹ ਪ੍ਰਗਟਾਏ ਜਾ ਰਹੇ। ਹਾਂਜੀ ਸਵਲੀਨ ਜੀ, ਬਿਲਗਾ ਸਾਹਿਬ, ਪਿਛਲੇ ਕੁਝ ਦਿਨਾਂ ਤੋਂ ਭਾਰਤੀ ਮੀਡੀਆ ਨੇ ਸਾਨੂੰ ਤੋਤੇ ਵਾਂਗੂ ਇੱਕ ਸ਼ਬਦ ਰਟਾਤਾ, ਕਰੂਜ਼ ਸ਼ਿਪ ਪਾਰਟੀ, ਜਿਹਦੇ ਵਿੱਚ NIA ਛਾਪਾ ਮਾਰਦੀ ਹੈ, ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦਾ ਮੁੰਡਾ ਆਰੀਅਨ ਖਾਨ ਗ੍ਰਿਫਤਾਰ ਹੋ ਜਾਂਦਾ, ਤੇ 3 ਹਫ਼ਤਿਆਂ ਬਾਅਦ ਹੁਣ ਆਰੀਅਨ ਖਾਨ ਨੂੰ ਜ਼ਮਾਨਤ ਮਿਲ ਗਈ ਹੈ ਤੇ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਜੀ। ਉਹ ਸ਼ਰਤਾਂ ਕੀ ਨੇ, ਦਰਸ਼ਕਾਂ ਨਾਲ ਸਾਂਝੀਆਂ ਕਰਨਾ ਚਾਹੁੰਦੇ ਆ। ਸ਼ਰਤਾਂ ਤੋਂ ਪਹਿਲਾਂ ਸਵਲੀਨ ਆਪਾਂ ਨੂੰ ਥੋੜਾ ਜਿਹਾ ਦੇਖਣਾ ਪਊਗਾ ਵੀ ਦਰਅਸਲ ਕੀ ਆ, ਸਾਡੇ ਭਾਰਤ ਦੀ ਰਾਜਨੀਤੀ ਦੇ ਵਿੱਚ ਖਾਸ ਕਰਕੇ ਜਿਹੜੇ ਮੀਡੀਆ ਚੈਨਲ ਨੇ
ਪਿਛਲੇ 10 ਤੋਂ 15 ਸਾਲ ਜੇ ਆਪਾਂ ਬਾਹਲਾ ਦੂਰ ਨਾ ਜਾਈਏ ਤਾਂ ਉਹਨਾਂ ਨੇ ਇੱਕ ਏਦਾਂ ਦਾ ਨੈਰੇਟਿਵ ਸੈੱਟ ਕਰ ਦਿੱਤਾ ਆ ਕਿ ਜਿਹੜਾ ਮੀਡੀਆ ਹਾਊਸ ਵੱਡਾ, ਜਿਹਨੂੰ ਕਿ ਹੁਣ ਜ਼ਿਆਦਾਤਰ ਗੋਦੀ ਮੀਡੀਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਆ, ਜਦੋਂ ਉਹਨਾਂ ਦੇ ਕੋਲ ਕੋਈ ਮੁੱਦਾ ਆ ਜਾਂਦਾ ਆ ਸਰਕਾਰ ਦੇ ਵਿਰੋਧੀ ਲੋਕਾਂ ਦਾ, ਜਾਂ ਜਿਹੜੇ ਸਰਕਾਰ ਦੀ ਹਾਂ 'ਚ ਹਾਂ ਨਹੀਂ ਭਰਦੇ, ਜਾਂ ਜਿਹੜੀ ਸਰਕਾਰ ਦੀ ਅੱਖ 'ਚ ਅੱਖ ਪਾ ਕੇ ਕਿਤੇ ਨਾ ਕਿਤੇ ਆਪਣਾ ਬਿਆਨ ਦੇਣ ਦੇ ਵਿੱਚ ਆਪਣਾ ਉਹ ਫਰਜ਼ ਨਿਭਾਉਂਦੇ ਨੇ, ਉਹਨਾਂ ਲੋਕਾਂ ਦੇ ਜਦੋਂ ਕਿਤੇ ਕਮੀ ਪੇਸ਼ੀ ਦੀ ਕੋਈ ਕਿਤੇ ਖਬਰ ਆ ਜਾਂਦੀ ਆ ਤੇ ਕਹਿ ਦਿੰਦੇ ਆ ਵੀ ਉਹ ਜਿਹੜਾ ਇਹ ਗੋਦੀ ਮੀਡੀਆ ਉਹਨੂੰ ਤਾਂ ਬਹੁਤ ਵੱਡਾ ਇੱਕ ਮਸਾਲਾ ਮਿਲ ਜਾਂਦਾ ਆ। ਪਰ ਇੱਕ ਗੱਲ ਦੇਖਣੀ ਪਊਗੀ, ਪਿਛਲੇ ਦਿਨੀ ਗੁਜਰਾਤ ਦੀ ਇੱਕ ਬੰਦਰਗਾਹ ਤੇ, ਜਿਹੜਾ ਕਿ ਭਾਰਤ ਦੇ ਵਿੱਚ ਇਸ ਵੇਲੇ ਸਭ ਨੂੰ ਵੱਡਾ ਅਦਾਰਾ ਮੰਨਿਆ ਜਾ ਰਿਹਾ, ਵੀ ਉੱਥੇ ਬਹੁਤ ਵੱਡੀ ਖੇਪ, ਜਿਹਦੇ ਨਾਲ ਪੰਜਾਬ ਹੀ ਨਹੀਂ ਪੂਰੇ ਭਾਰਤ ਦੀ ਜਿਹੜੀ ਨੌਜਵਾਨੀ ਆ ਉਸ ਨਸ਼ੇ ਦੇ ਨਾਲ ਬਰਬਾਦ ਹੋ ਸਕਦੀ ਆ, ਐਡੀ ਵੱਡੀ ਖੇਪ ਫੜੀ ਗਈ ਆ। ਉਹ ਵੀ ਇਹਨਾਂ ਦੇ ਬਿਲਕੁਲ ਪ੍ਰਧਾਨ ਮੰਤਰੀ ਦੇ ਤਾਂ ਅਮਿਤ ਸ਼ਾਹ ਦੇ ਉਹ ਖਾਸ ਜਿਹੜਾ ਉਹ ਬੰਦਰਗਾਹ ਜਿਹਨੂੰ ਦਿੱਤੀ ਹੋਈ ਆ ਅਡਾਨੀ ਗਰੁੱਪ ਨੂੰ, ਉੱਥੋਂ ਫੜੀ ਗਈ ਆ। ਅੱਜ ਤੱਕ ਤੁਸੀਂ ਦੇਖਿਆ ਕਿ ਉਹਨਾਂ ਦਿਨਾਂ ਦੇ ਵਿੱਚ ਲਖੀਮਪੁਰ ਖੀਰੀ ਵਾਲੀ ਵੀ ਘਟਨਾ ਚੱਲਦੀ ਸੀਗੀ ਜਦੋਂ ਕਿ ਇਹ ਕਾਂਡ ਹੁੰਦਾ ਆ, ਕਿ ਗੋਦੀ ਮੀਡੀਆ ਦੇ ਦੰਦ ਜੁੜ ਗਏ, ਇਹਨਾਂ ਦੀ ਜੀਭ ਤਾਲੂ ਗਈ ਕਿ ਜੇ ਇਹਨਾਂ ਨੇ ਖਬਰ ਦੇ ਉੱਤੇ ਆਪਣਾ ਕੋਈ ਪ੍ਰਤੀਕਰਮ ਦਿਖਾਇਆ ਹੋਵੇ, ਉਹਦੀਆਂ ਪੇਸ਼ ਕੀਤੀਆਂ ਹੋਣ। ਠੱਪੀ ਹੋ ਗਈ ਸੀ ਖਬਰ ਜੀ, ਇੱਕੋ ਹੀ ਦਿਨ ਆਈ ਸੀ ਉਹ। ਇਸ ਲਈ ਸਵਲੀਨ, ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜੀ ਨਸ਼ੇ ਦੀ ਪਾਰਟੀ ਨੂੰ ਲੈ ਕੇ ਭਾਰਤ ਦਾ ਹੀ ਨਹੀਂ ਕਹਿ ਸਕਦੇ ਕਿ ਏਸ਼ੀਆ ਦਾ ਬਹੁਤ ਵੱਡਾ ਜਿਹੜਾ ਇਸ ਭਾਰਤ ਦੇ ਨੇੜੇ ਤੇੜੇ ਵੀ ਦੇਸ਼ ਲੱਗਦੇ ਆ, ਸ਼ਾਹਰੁਖ ਖਾਨ ਦਾ ਮੁੰਡਾ ਆਰੀਅਨ ਪਿਛਲੇ ਦਿਨੀ ਕਿਸੇ ਪਾਰਟੀ ਦੇ ਵਿੱਚ ਕੋਈ ਲਗਭਗ 23 ਸਾਲ ਦੀ ਉਮਰ ਉਹਦੀ ਦੱਸੀ ਜਾਂਦੀ ਆ, ਕਿਸੇ ਪਾਰਟੀ ਦੇ ਵਿੱਚ ਉਹ ਫੜਿਆ ਜਾਂਦਾ ਆ ਤੇ ਦੋਸ਼ ਉੱਤੇ ਲੱਗਦੇ ਨੇ ਕਿ ਉਹ ਡਰੱਗ ਦਾ ਜਿਹੜਾ ਉੱਥੇ ਕੋਈ ਸੇਵਨ ਹੋ ਰਿਹਾ ਸੀ, ਜਾਂ ਡਰੱਗ ਦੀ ਉੱਥੇ ਕੋਈ ਨਾ ਕੋਈ ਤਾਰ ਜੁੜੀ ਹੋਈ ਸੀ। ਉਹਨੂੰ ਲੈ ਕੇ ਜਦੋਂ ਵੱਡੇ ਪੱਧਰ ਤੇ ਇਹ ਗੱਲ ਮੀਡੀਆ ਦੇ ਵਿੱਚ ਇਸ ਤਰ੍ਹਾਂ ਫੈਲਾਈ ਗਈ ਕਿ ਜਿਸ ਤਰ੍ਹਾਂ ਦੁਨੀਆ ਦਾ ਸਭ ਨੂੰ ਵੱਡਾ ਜਿਹੜਾ ਆ ਡਰੱਗ ਪੈਡਲਰ ਜਾਂ ਡਰੱਗ ਕੇਸ ਹੁਣੇ ਹੀ ਇੰਡੀਆ ਦੇ ਵਿੱਚ ਆਇਆ, ਜਿਹੜਾ ਆਪਾਂ ਗੁਜਰਾਤ ਦੀ ਪਹਿਲੀ ਗੱਲ ਕਰਕੇ ਹਟੇ ਆ, ਉਹ ਤਾਂ ਕਦੀ ਹੋਇਆ ਹੀ ਨਹੀਂ ਜਿੱਦਾਂ ਲੱਗਦਾ। ਲਗਭਗ 3 ਹਫ਼ਤੇ ਮੀਡੀਆ ਨੇ ਇਹੋ ਹੀ ਗੱਲ ਕੀਤੀ। ਬਿਲਕੁਲ ਮੀਡੀਆ ਨੂੰ ਜਾਂ ਸਰਕਾਰ ਨੂੰ ਜੋ ਫਿੱਟ ਬੈਠਦਾ ਆ ਨਾ, ਇਹ ਚੈਨਲਾਂ ਨੇ ਤਾਂ ਉਹੀ ਕੁਛ ਦਿਖਾਉਣਾ ਆ। ਜਿਹੜੀ ਗੱਲ ਆਪਾਂ ਅਡਾਨੀ ਦੀ ਬੰਦਰਗਾਹ ਦੀ ਕੀਤੀ, ਉਹ ਕਿਉਂ ਨਹੀਂ ਆਇਆ ਕਿਤੇ ਵੀ? ਇਸੇ ਕਰਕੇ ਨਹੀਂ ਆਇਆ, ਉਹ ਸਰਕਾਰਾਂ ਨੇ ਜਾਂ ਕਹਿ ਸਕਦੇ ਆ ਕਿ ਉਹਨਾਂ ਨੇ ਅਦਾਰਿਆਂ ਨੇ, ਵੱਡੇ ਕਾਰਪੋਰੇਟ ਘਰਾਣਿਆਂ ਨੇ ਉਹ ਵੱਡੇ ਚੈਨਲ ਜਿਹੜੇ ਆ ਉਹ ਆਪ ਖੜੇ ਕੀਤੇ ਹੋਏ ਨੇ, ਉਹਨਾਂ ਦੇ ਫੰਡ ਤੇ ਚੱਲਦੇ, ਉਹਨਾਂ ਦੇ ਰਹਿਮੋ ਕਰਮ ਤੇ ਚੱਲਦੇ ਆ। ਗੱਲ ਕਰਦੇ ਆ ਕਿ ਆਰੀਅਨ ਦੀ, ਲਗਭਗ ਲੰਬੇ ਸਮੇਂ ਤੋਂ ਬਾਅਦ ਉਸ ਦੀ ਬੇਲ ਤਾਂ ਤਕਰੀਬਨ ਕੱਲ ਹੋ ਗਈ ਸੀ, ਪਰ ਡਾਕੂਮੈਂਟ ਜਿਹੜੇ ਆ ਉਹ ਉੱਥੇ ਪੂਰੇ ਨਹੀਂ ਕਰ ਸਕੇ, ਤਾਂ ਇਸ ਕਰਕੇ ਰਿਹਾਈ ਜਿਹੜੀ ਆ ਜਦ ਤੱਕ ਆਪਣਾ ਪ੍ਰੋਗਰਾਮ ਪ੍ਰਸਾਰਿਤ ਹੋਣਾ ਹੈ ਉਸ ਵੇਲੇ ਤੱਕ ਉਹ ਸ਼ਾਇਦ ਰਿਹਾਈ ਲੈ ਕੇ ਆਰੀਅਨ ਘਰ ਚਲੇ ਜਾਵੇਗਾ। ਪਰ ਇਹਦੇ ਪਿੱਛੇ ਵੀ ਕਿਤੇ ਨਾ ਕਿਤੇ ਸਵਲੀਨ ਇਹ ਲੱਗ ਰਿਹਾ ਸੀਗਾ ਬਈ ਕਿਤੇ ਨਾ ਕਿਤੇ ਕੋਈ ਰਾਜਨੀਤਿਕ ਰੰਜਿਸ਼ ਇਹਦੇ ਪਿੱਛੇ ਵੀ ਝਲਕ ਰਹੀ ਸੀ। ਕੁਝ ਖਬਰਾਂ ਇਦਾਂ ਦੀਆਂ ਆ ਰਹੀਆਂ ਸੀ ਕਿ ਸ਼ਾਹਰੁਖ ਖਾਨ ਦੀ ਧੌਣ ਤੇ ਗੋਡਾ ਰੱਖ ਕੇ ਸਰਕਾਰ ਪੱਖੀ ਪ੍ਰਚਾਰ ਵਿੱਚ ਸ਼ਾਮਲ ਹੋਣ ਨੂੰ ਕਿਹਾ ਜਾ ਰਿਹਾ ਸੀਗਾ। ਕਿਤੇ ਨਾ ਕਿਤੇ ਇਦਾਂ ਦੀਆਂ ਗੱਲਾਂ ਜਿਹੜੀਆਂ ਆਪਾਂ ਅੱਗੇ ਵੀ ਦੇਖ ਰਹੇ ਹਾਂ ਕਿ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਜਾਂ ਸਰਕਾਰੀ ਅਦਾਰੇ ਨੇ, ਜਿੱਦਾਂ ਆਪਣੇ ਵਿਰੋਧੀਆਂ ਦੇ ਉੱਤੇ ਵੱਖ-ਵੱਖ ਸਰਕਾਰਾਂ ਵਰਤਦੀਆਂ, ਉਹ ਆਪਣੇ ਸਾਹਮਣੇ ਇੱਕ ਨਹੀਂ, ਇੱਕ ਤੋਂ ਲੈ ਕੇ 100,000 ਸੈਂਕੜੇ ਇਦਾਂ ਦੀਆਂ ਉਦਾਹਰਨਾਂ ਭਾਰਤ ਦੀ ਰਾਜਨੀਤੀ ਦੇ ਵਿੱਚ ਪਈਆਂ ਆ। ਪਰ ਫਿਰ ਵੀ ਅਦਾਲਤ ਨੇ ਜਿਹੜੀ ਆ ਉਸ ਆਰੀਅਨ ਨੂੰ ਜ਼ਮਾਨਤ ਦੇ ਦਿੱਤੀ ਆ, ਜਿਹਦੇ ਵਿੱਚ ਵੱਡੀਆਂ ਗੱਲਾਂ ਜਿਹੜੀਆਂ ਦੇਖੀਆਂ ਗਈਆਂ, ਉਹਦੇ ਵਿੱਚ ਜਦ ਲੱਖ ਰੁਪਏ ਦਾ ਬੌਂਡ ਬਣਾਇਆ ਤੇ ਜੂਹੀ ਚਾਵਲਾ ਜਿਹੜੇ ਆ ਉਹਨਾਂ ਦੇ ਜ਼ਮਾਨਤੀ ਬਣੇ ਨੇ। ਨਾਲ ਹੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ NCB ਦੇ ਦਫ਼ਤਰ ਅੱਗੇ ਤੁਸੀਂ ਪੇਸ਼ ਵੀ ਹੋਣਾ ਆ, ਕਿਸੇ ਵੀ ਉਸ ਕਾਰਵਾਈ ਦੇ ਵਿੱਚ ਤੁਸੀਂ ਸ਼ਾਮਲ ਨਹੀਂ ਹੋਣਾ ਜਿਹੜੀ ਇਸ ਕੇਸ ਨੂੰ ਪ੍ਰਭਾਵਿਤ ਕਰਦੀ ਹੋਵੇ, ਜਾਂ ਕਿਸੇ ਤਰ੍ਹਾਂ ਦਾ ਕੋਈ ਕਲਿਊ ਆ, ਕੋਈ ਕਿਸੇ ਤਰ੍ਹਾਂ ਦੀ ਕੋਈ ਜਾਂਚ ਦਾ ਵਿਸ਼ਾ ਆ, ਉਹਦੇ ਉੱਤੇ ਤੁਸੀਂ ਮੀਡੀਆ ਦੇ ਵਿੱਚ ਬਿਆਨ ਨਹੀਂ ਦੇਣਾ ਹੋਵੇ। ਇਸ ਤਰ੍ਹਾਂ ਦੀਆਂ ਹੋਰ ਵੀ ਕਈ, ਜਿੱਦਾਂ ਕਹਿ ਸਕਦੇ ਆ ਕਿ 45 ਅਫਸਰ ਨੂੰ ਦੱਸੇ ਤੋਂ ਬਿਨਾਂ ਤੁਸੀਂ ਬੰਬਈ ਨਹੀਂ ਛੱਡ ਸਕਦੇ, ਤੁਸੀਂ ਵਿਦੇਸ਼ ਨਹੀਂ ਜਾ ਸਕਦੇ, ਤੁਸੀਂ ਜਿਹੜੀ ਸੰਬੰਧਿਤ ਏਜੰਸੀ ਆ ਉਹਨੂੰ ਆਪਣਾ ਪਾਸਪੋਰਟ ਜਿਹੜਾ ਉਹ ਸਰੈਂਡਰ ਕਰਾਓਗੇ। ਇਦਾਂ ਦੀਆਂ ਤਮਾਮ ਹੋਰ ਲਗਭਗ 14 ਸ਼ਰਤਾਂ ਨੇ, ਜਿਨ੍ਹਾਂ ਸ਼ਰਤਾਂ ਨੂੰ ਲੈ ਕੇ ਇਸ ਵੇਲੇ ਸ਼ਾਹਰੁਖ ਖਾਨ ਦੇ ਮੁੰਡੇ ਨੂੰ ਜ਼ਮਾਨਤ ਮਿਲ ਚੁੱਕੀ ਆ। ਤੇ ਜ਼ਮਾਨਤ ਮਿਲਣ ਤੋਂ ਬਾਅਦ ਹੁਣ ਕੀ ਉਹ ਇਹਨਾਂ ਸ਼ਰਤਾਂ ਦੇ ਅਧੀਨ ਆਪਣੀ ਜਿਹੜੀ ਤਫਤੀਸ਼ ਦੇ ਵਿੱਚ ਸ਼ਾਮਲ ਹੋ ਕੇ ਤਫਤੀਸ਼ ਨੂੰ ਸਿਰੇ ਚਾੜਦੇ ਨੇ, ਜਾਂ ਜਿਹੜੇ ਦੋਸ਼ ਉੱਤੇ ਲੱਗੇ ਨੇ ਉਹ ਵਾਕਿਆ ਕਿੰਨੇ ਕੁ ਸੱਚੇ ਨੇ, ਜਾਂ ਉਹ ਦੋਸ਼ ਜਿਹੜੇ ਨੇ ਕਿੰਨੇ ਕੁ ਰਾਜਨੀਤੀ ਤੋਂ ਪ੍ਰੇਰਿਤ ਨੇ, ਇਹ ਤਾਂ ਆਉਣ ਵਾਲਾ ਸਮਾਂ ਵੀ ਹੀ ਦੱਸੂਗਾ। ਪਰ ਆਪਾਂ ਫਿਲਹਾਲ ਇਹ ਗੱਲ ਕਹਿ ਸਕਦੇ ਹਾਂ ਕਿ ਜਿੱਡਾ ਵੱਡਾ ਮੁੱਦਾ ਇਹ ਭਾਰਤ ਦੇ ਮੀਡੀਆ ਚੈਨਲਾਂ ਨੇ ਇਹ ਖੜਾ ਕੀਤਾ ਸੀ, ਇਹ ਮੁੱਦਾ ਏਡਾ ਹੈ ਨਹੀਂ ਸੀ ਜਿੱਡਾ ਵੱਡਾ ਇਹਨੂੰ ਬਣਾਇਆ ਗਿਆ। ਇਹ ਕਹਿ ਸਕਦੇ ਕਿ ਜਿਹੜਾ ਪਿਛਲੇ ਦਿਨੀ ਏਡਾ ਵੱਡਾ ਡਰੱਗ ਦਾ ਰੈਕਟ ਫੜਿਆ ਗਿਆ,
ਉਹਦੇ ਤੇ ਉੱਤੇ ਜੇਕਰ ਇਸ ਮੀਡੀਆ ਨੇ ਇੰਨਾ ਵੱਡਾ ਆਪਣਾ ਸਮਾਂ ਲਾਇਆ ਹੁੰਦਾ ਤਾਂ ਐਡੀ ਵੱਡੀ ਰਿਪੋਰਟਿੰਗ ਕੀਤੀ ਹੁੰਦੀ ਤੇ ਸ਼ਾਇਦ ਭਾਰਤ ਦੀ ਨੌਜਵਾਨੀ ਜਿਹੜੀ ਨਸ਼ੇ ਦੇ ਵਿੱਚ ਗਰਕਣ ਜਾ ਰਹੀ ਸੀ, ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀਆਂ ਏਜੰਸੀਆਂ ਆ ਜਾਂ ਉਹ ਜਿਹੜੇ ਲੋਕ ਨੇ ਉਹ ਵੀ ਅੱਜ ਅੱਖਾਂ ਦੇ ਪਿੱਛੇ ਹੁੰਦੇ। ਕਿਉਂਕਿ ਹਮੇਸ਼ਾ ਹੀ ਆਪਾਂ ਦੇਖਦੇ ਹਾਂ ਕਿ ਕੁਛ ਲੋਕ ਜਾਂ ਕੁਛ ਲੀਡਰ ਇਹ ਵੀ ਕਹਿ ਰਹੇ ਨੇ ਕਿ ਕਿਸੇ ਖਾਸ ਧਰਮ ਵਿਸ਼ੇਸ਼ ਦੇ ਹੋਣ ਕਰਕੇ ਹੀ ਇਹ ਜਿਹੜਾ ਮਸਲਾ ਜਿਹੜਾ ਆ ਏਡੇ ਵੱਡੇ ਪੱਧਰ ਤੇ ਉਭਾਰਿਆ ਗਿਆ ਆ ਤੇ ਇਹਦੀ ਜਿਹੜੀ ਤਕਲੀਫ ਆ ਸ਼ਾਹਰੁਖ ਖਾਨ ਨੇ ਕਦੀ ਸੋਚੀ ਨਹੀਂ ਹੋਊਗੀ ਕਿ ਮੇਰੇ ਜੀਵਨ ਦੇ ਵਿੱਚ ਏਦਾਂ ਦਾ ਸਮਾਂ ਵੀ ਦੇਖਣ ਨੂੰ ਆ ਸਕਦਾ। ਬਿਲਕੁਲ ਸਾਹਿਬ, ਮੁੱਦੇ ਤੇ ਬੜੇ ਨੇ ਪਰ ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੋ ਗਿਆ। ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਸਵਲੀਨ ਜੀ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਅਗਲੀ ਵਾਰ ਕੁਝ ਨਵੇਂ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ, ਨਵੀਆਂ ਗੱਲਾਂ ਟਟੋਲਾਂਗੇ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।